ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰੇ ਫੇਸਬੁੱਕ ਦੇ ਦੋਸਤਾਂ ਨੂੰ ਅੱਜ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆ ਰਹੇ ਹਾਂ ਇਨਵਰਟਰ ਏਸੀ ਬਾਰੇ। ਇਨਵਰਟਰ ਏਸੀ ਤੇ ਨਾਨ ਇਨਵਰਟਰ ਏਸੀ ਦੇ ਵਿੱਚ ਕੀ ਫਰਕ ਹੁੰਦਾ, ਇਨਵਰਟਰ ਏਸੀ ਹੁੰਦਾ ਕਿਉਂ। ਕਈ ਲੋਕ ਦਿਲ ਦੇ ਵਿੱਚ ਇਹੀ ਸੋਚਦੇ ਸ਼ਾਇਦ ਇਹ ਇਨਵਰਟਰ ਤੇ ਚੱਲਦਾ, ਪਰ ਇਹ ਵੀ ਸੋਚਣਾ ਉਹਨਾਂ ਦਾ ਕਿਸੇ ਹੱਦ ਤੱਕ ਠੀਕ ਆ, ਇਹ ਇਨਵਰਟਰ ਤੇ ਚੱਲ ਸਕਦਾ। ਅੱਜ ਇਨਵਰਟਰ ਏਸੀ ਬਾਰੇ ਤੁਹਾਡੇ ਨਾਲ ਜਾਣਕਾਰੀ ਲੈ ਕੇ ਆਏ ਹਾਂ, ਸਾਂਝੀ ਕਰਦੇ ਹਾਂ ਇਨਵਰਟਰ ਏਸੀ ਹੁੰਦਾ ਕੀ ਹੈ। ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਇਨਵਰਟਰ ਸ਼ਬਦ ਆ ਜਿਹੜਾ ਇਨਵਰਟਰ ਬਾਰੇ ਆਪਾਂ ਜਾਣਕਾਰੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਇਨਵਰਟ ਸ਼ਬਦ ਤੁਸੀਂ ਹਰ ਇੱਕ ਨੇ ਜਿਨ੍ਹਾਂ ਕੋਲ ਐਂਡਰਾਇਡ ਮੋਬਾਈਲ ਆ, ਆਪਾਂ ਜਦੋਂ ਫੋਟੋ ਖਿੱਚਦੇ ਹਾਂ ਉਹਦੇ ਵਿੱਚ ਆਪਸ਼ਨ ਆਉਂਦੀ ਸੀ ਇਨਵਰਟ ਦਾ ਅਰਥ ਆ ਉਲਟਾ ਕਰ ਦੇਣਾ, ਉਲਟਾ ਦੇਣਾ। ਠੀਕ ਹੈ, ਇਨਵਰਟਰ ਏਸੀ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ। ਜਿਹੜੀ ਆਪਾਂ ਨੂੰ ਮੇਨ 220 ਵੋਲਟ ਏਸੀ ਆ ਰਹੀ ਹੁੰਦੀ ਹੈ ਜਿਹਦੇ ਤੇ ਏਸੀ ਚੱਲਦਾ, ਉਹ ਏਸੀ ਨੂੰ ਡੀਸੀ ਦੇ ਵਿੱਚ ਬਦਲ ਕੇ ਇੱਕ ਰੈਕਟੀਫਾਇਰ ਰਾਹੀਂ ਡੀਸੀ ਦੇ ਵਿੱਚ ਬਦਲ ਦਿੱਤਾ ਜਾਂਦਾ। ਡੀਸੀ ਵਿੱਚ ਬਦਲਣ ਤੋਂ ਬਾਅਦ ਇੱਕ VFD ਸਟੇਜ ਹੁੰਦੀ ਆ, ਫਰੀਕੁਐਂਸੀ ਵੇਰੀਏਬਲ ਸਟੇਜ, ਵੇਰੀਏਬਲ ਫਰੀਕੁਐਂਸੀ ਡਰਾਈਵਰ। ਉਸ ਸਟੇਜ ਦੇ ਰਾਹੀਂ ਕੀ ਕੀਤਾ ਜਾਂਦਾ, ਇਹਦੀ ਜਿਹੜੀ 220 ਵੋਲਟ ਵਾਲੀ ਫਰੀਕੁਐਂਸੀ ਆ ਏਸੀ ਦੀ 50 ਹਰਟਜ਼ ਦੀ, ਉਹਨੂੰ ਡੀਸੀ 'ਚ ਬਦਲ ਦਿੱਤਾ ਜਾਂਦਾ। ਡੀਸੀ ਤੋਂ ਬਾਅਦ ਇੱਕ ਫਿਲਟਰ ਸਰਕਟ ਰਾਹੀਂ ਉਹਨੂੰ ਫਿਲਟਰੇਸ਼ਨ ਕੀਤਾ ਜਾਂਦਾ, ਪਿਓਰ ਡੀਸੀ ਬਣਾਈ ਜਾਂਦੀ। ਉਸ ਤੋਂ ਬਾਅਦ ਉਹਨੂੰ ਇੱਕ ਅਲੱਗ ਫਰੀਕੁਐਂਸੀ ਦੇ ਵਿੱਚ ਡੀਸੀ ਤੋਂ ਫਿਰ ਏਸੀ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ। ਉਹ ਅਲੱਗ-ਅਲੱਗ ਫਰੀਕੁਐਂਸੀ ਵਧਾ ਘਟਾ ਕੇ ਜਿਹੜੇ ਕਿ ਇਨਵਰਟਰ ਏਸੀ ਦੇ ਕੰਪਰੈਸ਼ਰ ਦੇ ਚੱਕਰ ਆ, RPM ਆ, ਉਸ ਨੂੰ ਵਧਾਇਆ ਘਟਾਇਆ ਜਾਂਦਾ। ਜਦੋਂ ਆਪਾਂ RPM ਵਧਾਉਣੇ ਆ ਤਾਂ ਜਿਹੜੀ ਉਹਦੇ ਵਿੱਚ ਗੈਸ ਫਲੋ ਕਰ ਰਹੇ ਆ, ਰੈਫਰੀਜਰੈਂਟ ਆ ਜਿਹੜਾ, ਉਹਦੀ ਕੁਆਂਟੀਟੀ ਵੋਲੀਅਮ ਵੱਧਦਾ ਘਟਦਾ। ਵੋਲੀਅਮ ਵਧਣ ਘਟਣ ਦੇ ਨਾਲ ਕੀ ਹੁੰਦਾ, ਜਿਹੜਾ ਕੂਲਿੰਗ ਵੱਧ ਘੱਟ ਹੁੰਦੀ ਆ। ਇਸ ਤਰ੍ਹਾਂ ਆਪਾਂ ਉਹਦੀ ਫਰੀਕੁਐਂਸੀ ਵਧਾ ਘਟਾ ਕੇ ਉਹਦੀ ਕੂਲਿੰਗ ਨੂੰ ਕੰਟਰੋਲ ਕੀਤਾ ਜਾਂਦਾ। ਦੋਸਤੋ ਇਨਵਰਟਰ ਏਸੀ ਦੀ ਪੂਰੀ ਟੈਕਨੋਲੋਜੀ ਬਾਰੇ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਦੇਖਦੇ ਰਿਹਾ ਜੇ। ਉਹ ਆਪਾਂ ਬਿਲਕੁਲ ਬੇਸਿਕ ਤੌਰ 'ਤੇ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਉਹਨੂੰ ਇਨਵਰਟਰ ਏਸੀ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਜ਼ਰੂਰੀ ਆ ਫਰੀਕੁਐਂਸੀ ਕੀ ਹੁੰਦੀ ਆ, ਵੈਲੋਸਿਟੀ ਕੀ ਹੁੰਦੀ ਆ, ਵੇਵ ਲੈਂਥ ਕੀ ਹੁੰਦੀ ਆ, ਐਂਪਲੀਟਿਊਡ ਕੀ ਹੁੰਦਾ, ਹਾਫ ਸਾਈਕਲ ਕੀ ਹੁੰਦਾ, ਫੁੱਲ ਸਾਈਕਲ ਕੀ ਹੁੰਦਾ। ਠੀਕ ਆ, ਏਸੀ ਤੇ ਡੀਸੀ ਦਾ ਫਰਕ ਜ਼ਰੂਰ ਸਮਝਣਾ ਪਊਗਾ ਪਹਿਲਾਂ। ਜੇ ਏਸੀ ਤੇ ਡੀਸੀ ਦਾ ਜਿਹਨੂੰ ਫਰਕ ਨਹੀਂ ਪਤਾ ਗਾ, ਉਹ ਇਨਵਰਟਰ ਏਸੀ ਬਾਰੇ ਜਾਣਕਾਰੀ ਨਹੀਂ ਲੈ ਸਕਦਾ ਗਾ। ਪੂਰੀ ਮਤਲਬ ਕਿ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਇਨਵਰਟਰ ਏਸੀ ਦੀ ਟੈਕਨੋਲੋਜੀ ਕੀ ਹੈ, ਕਿਵੇਂ ਕੰਮ ਕਰਦਾ, ਉਹ ਐਂਡ 'ਤੇ ਆਪਾਂ ਤੁਹਾਨੂੰ ਦੱਸਾਂਗੇ। ਉਸ ਤੋਂ ਪਹਿਲਾਂ ਇਨਵਰਟਰ ਏਸੀ ਦੇ ਆਪਾਂ ਤੁਲਨਾ ਕਰਾਂਗੇ ਨਾਨ ਇਨਵਰਟਰ ਏਸੀ ਤੇ ਇਸ ਏਸੀ ਦੇ ਵਿੱਚ ਕੀ ਫਰਕ ਹੁੰਦਾ, ਇਨਵਰਟਰ ਏਸੀ ਦੂਜਿਆਂ ਨਾਲੋਂ ਬੈਸਟ ਹੈ ਜਾਂ ਨਹੀਂ ਹੈ, ਇਹਦਾ ਕੀ ਫਾਇਦਾ ਹੈਗਾ। ਤੇ ਦੋਸਤੋ ਵੀਡੀਓ ਦੇਖਦੇ ਰਿਹਾ ਜੇ। ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ ਦੋ ਗੱਲਾਂ ਇਨਵਰਟਰ ਏਸੀ ਤੇ ਦੂਜੇ ਏਸੀ ਦੇ ਵਿੱਚ। ਦੋਸਤੋ ਇਨਵਰਟਰ ਏਸੀ ਤੇ ਨਾਨ ਇਨਵਰਟਰ ਏਸੀ ਬਾਰੇ ਇਹਦੇ 'ਚ ਕੀ ਫਰਕ ਹੁੰਦਾ ਜਾਣਨ ਪਿੱਛੇ ਆਪਾਂ 5-6 ਪੁਆਇੰਟਾਂ 'ਤੇ ਗੱਲ ਕਰਾਂਗੇ। ਉਹਨਾਂ 'ਚੋਂ ਸਭ ਤੋਂ ਪਹਿਲਾ ਪੁਆਇੰਟ ਹੋਊਗਾ ਸੌਫਟ ਸਟਾਰਟ। ਕੰਟੀਨਿਊ ਕੂਲਿੰਗ, ਸਮਾਰਟ ਸੈਂਸਰ ਲੱਗੇ ਇਹਦੇ 'ਚ, ਫਾਸਟ ਕੂਲਿੰਗ ਕਰਦਾ ਤੇ ਐਕਸਪੈਂਡੇਬਲ ਇਨਵਰਟਰ ਟੈਕਨੋਲੋਜੀ ਹੈ। ਇੱਕ ਛੇਵਾਂ ਇਹਦੇ 'ਚ ਹੈਗਾ ਗੈਸ ਲੀਕ ਦੇ ਚਾਂਸ ਘੱਟ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੌਫਟ ਸਟਾਰਟ। ਸੌਫਟ ਸਟਾਰਟ ਇਹਨੂੰ ਕਿਉਂ ਕਿਹਾ ਜਾਂਦਾ, ਇਨਵਰਟਰ ਏਸੀ ਤੋਂ ਬਿਨਾਂ ਜਿਹੜੇ ਦੂਜੇ ਏਸੀ ਅੱਜ ਤੋਂ ਪਹਿਲਾਂ ਲੋਕਾਂ ਦੇ ਘਰਾਂ 'ਚ ਚੱਲ ਰਹੇ ਆ ਜਾਂ ਚੱਲਦੇ ਆ, ਉਹ ਹਰ ਇੱਕ ਨੂੰ ਪਤਾ ਵੀ ਏਸੀ ਆਪਾਂ ਜਦੋਂ ਸਟਾਰਟ ਕਰਦੇ ਹਾਂ, ਕੰਪਰੈਸ਼ਰ ਸਟਾਰਟ ਹੋਣ ਲੱਗਿਆ ਇੱਕ ਬਿਜਲੀ 'ਚ ਡਿਮ ਕਰਦਾ, ਇੱਕ ਝਟਕਾ ਲਾਉਂਦਾ। ਕੋਈ ਵੀ ਜਿਹੜੀ ਮੋਟਰ ਹੈਗੀ ਆ, ਜਦੋਂ ਉਹ ਸਟਾਰਟ ਹੁੰਦੀ ਹੈ, ਸਟਾਰਟਿੰਗ ਵੇਲੇ ਜਿੰਨਾ ਉਹ ਰਨਿੰਗ ਵੇਲੇ ਕਰੰਟ ਲੈਂਦੀ ਆ, ਰਨਿੰਗ ਵੇਲੇ ਐਂਪੀਅਰ ਲੈਂਦੀ ਹੈ, ਸਟਾਰਟਿੰਗ ਵੇਲੇ ਉਸ ਤੋਂ 3 ਗੁਣਾ ਦਾ ਝਟਕਾ ਲੱਗਦਾ ਇੱਕ ਵਾਰੀ ਸਟਾਰਟ ਹੋਣ ਵੇਲੇ, ਲਗਾਤਾਰ ਨਹੀਂ। ਮੰਨ ਲਓ ਜੇ ਕੋਈ ਏਸੀ 7 ਐਂਪੀਅਰ ਲੈਂਦਾ
ਤਾਂ ਇਹ ਮੰਨ ਕੇ ਚੱਲੋ ਕਿ ਜਦੋਂ ਸਟਾਰਟ ਹੋਊਗਾ ਉਦੋਂ 21 ਐਂਪੀਅਰ ਦਾ ਜਿਹੜਾ ਲੋਡ ਇੱਕ ਵਾਰੀ ਤਾਰਾਂ ਤੇ ਪਾਊਗਾ। ਉਹ ਜਦੋਂ ਲੋਡ ਪਾਉਣ ਦੇ ਨਾਲ ਕੀ ਹੋ ਜਾਂਦਾ, ਆਪਣੇ ਤਾਰਾਂ ਤੇ ਐਮਸੀਆਂ ਸੀਬੀ ਤੇ ਜਾਂ ਢਿੱਲੇ ਜੋੜ ਆ ਉਹਨਾਂ ਤੇ ਇਫੈਕਟ ਪੈਂਦਾ। ਕਈ ਵਾਰੀ ਐਮਸੀ ਵੀ ਡਿੱਗ ਪੈਂਦੇ, ਲੋ ਵੋਲਟੇਜ ਤੇ ਚੱਲਦਾ ਨਹੀਂ। ਇਨਵਰਟਰ ਏਸੀ ਦੇ ਵਿੱਚ ਇਹ ਸਿਸਟਮ ਨਹੀਂ ਗਾ। ਇਨਵਰਟਰ ਏਸੀ ਦੇ ਵਿੱਚ ਕੀ ਆ, ਸੌਫਟ ਸਟਾਰਟ ਦੀ ਤਕਨੀਕ ਆ। ਸੌਫਟ ਸਟਾਰਟ ਕਿਵੇਂ ਆ, ਜਦੋਂ ਆਪਾਂ ਇਨਵਰਟਰ ਏਸੀ ਨੂੰ ਔਨ ਕਰਦੇ ਆ ਇੱਕਦਮ ਹੀ ਆਪਣੀ ਫੁੱਲ ਲੋਡ ਤੇ ਜਾਂ ਫੁੱਲ ਚੱਕਰਾਂ ਤੇ ਨਹੀਂ ਆਉਂਦਾ। ਸਟਾਰਟ ਹੋਣ ਲੱਗਿਆ ਇਹ ਬਿਲਕੁਲ ਸਲੋ ਸਪੀਡ ਦੇ ਵਿੱਚ ਇਹਦਾ ਕੰਪਰੈਸ਼ਰ ਦੇ ਆਰਪੀਐਮ ਤੋਂ ਸਟਾਰਟ ਹੁੰਦਾ। ਉਸ ਤੋਂ ਬਾਅਦ ਗਤੀ ਵੱਧਦੀ ਜਾਂਦੀ ਹੈ ਤੇ ਆਪਦੀ ਜਿੰਨੀ ਇਹਦੀ ਮਤਲਬ ਕਿ ਸੈਂਸਰਾਂ ਨੇ ਸੈਂਸ ਕਰਕੇ ਜਿੰਨੀ ਇਹਨੂੰ ਕੂਲਿੰਗ ਦੀ ਲੋੜ ਹੁੰਦੀ ਹੈ ਉਸ ਗਤੀ ਤੇ ਆ ਜਾਂਦਾ। ਇਹ ਆਪਦੀ ਗਤੀ ਕੂਲਿੰਗ ਦੇ ਹਿਸਾਬ ਨਾਲ ਕੰਪਰੈਸ਼ਰ ਵਧਾਉਂਦਾ ਘਟਾਉਂਦਾ ਰਹਿੰਦਾ। ਪਰ ਜਦੋਂ ਇਹ ਸਟਾਰਟ ਹੁੰਦਾ ਉਦੋਂ ਬਿਲਕੁਲ ਹੀ ਘੱਟ ਲੋਡ, ਨਾ ਮਾਤਰ ਦਾ ਲੋਡ ਤਾਰਾਂ ਤੇ ਪੈਂਦਾ। ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਵੀ ਕਈ ਵਾਰੀ ਕੰਪਰੈਸ਼ਰ ਸਟਾਰਟ ਹੋ ਗਿਆ, ਜਿਹਦੇ ਕਰਕੇ ਇਹ ਜੇ ਜ਼ਿਆਦਾ ਪਾਵਰ ਦਾ ਇਹਦੇ ਅਕੋਰਡਿੰਗ ਇਨਵਰਟਰ ਹੈਗਾ ਤਾਂ ਇਹ ਇਨਵਰਟਰ ਤੇ ਵੀ ਚੱਲ ਸਕਦਾ ਏਸੀ। ਦੂਜਾ ਏਸੀ ਇਨਵਰਟਰ ਤੇ ਨਹੀਂ ਚੱਲ ਸਕਦਾ ਕਿਉਂਕਿ ਜਦੋਂ ਉਹਨੂੰ ਸਟਾਰਟ ਕਰਨ ਵੇਲੇ 3 ਗੁਣਾ ਲੋਡ ਉਹਨੇ ਝਟਕਾ ਇੱਕ ਵਾਰੀ ਆਪਣੀਆਂ ਵਾਇਰਾਂ ਤੇ ਪਾਉਣਾ। ਅਗਰ 3 ਗੁਣਾ ਝਟਕਾ ਸਹਿਣ ਵਾਲਾ ਆਪਣੇ ਕੋਲ ਇਨਵਰਟਰ ਹੈਗਾ ਤਾਂ ਦੂਜਾ ਏਸੀ ਨੌਨ ਇਨਵਰਟਰ ਏਸੀ ਤੁਹਾਡੇ ਇਨਵਰਟਰ ਤੇ ਸਟਾਰਟ ਹੋ ਸਕਦਾ, ਨਹੀਂ ਤਾਂ ਨਹੀਂ। ਤੇ ਜਿਹੜਾ ਇਹ ਹੈਗਾ ਇਨਵਰਟਰ ਏਸੀ ਇਹ ਸੌਖਿਆਂ ਹੀ ਇਨਵਰਟਰ ਤੇ ਸਟਾਰਟ ਹੋ ਸਕਦਾ ਹੈ। ਉਸ ਤੋਂ ਬਾਅਦ ਆਪਾਂ ਦੂਜੀ ਗੱਲ ਦਾ ਜ਼ਿਕਰ ਕਰਾਂਗੇ, ਕੰਟੀਨਿਊ ਕੂਲਿੰਗ। ਕੰਟੀਨਿਊ ਕੂਲਿੰਗ ਆਪਾਂ ਇਹਨੂੰ ਇਸ ਤਰ੍ਹਾਂ ਸਮਝਾ ਰਹੇ ਹਾਂ, ਜਦੋਂ ਆਪਣੇ ਕਮਰੇ ਵਿੱਚ ਜੋ ਪਹਿਲਾਂ ਏਸੀ ਚੱਲ ਰਹੇ ਆ ਨੌਨ ਇਨਵਰਟਰ ਏਸੀ ਆ ਜਿਹੜੇ, ਮੰਨ ਲਓ ਆਪਾਂ ਏਸੀ ਨੂੰ 25 ਡਿਗਰੀ ਤੇ ਸੈੱਟ ਕਰ ਦਿੰਦੇ ਉਹਨੂੰ। ਜਦੋਂ ਤੁਹਾਡੇ ਕਮਰੇ ਦਾ ਤਾਪਮਾਨ 24 ਡਿਗਰੀ ਤੇ ਪਹੁੰਚ ਜਾਂਦਾ ਤਾਂ ਏਸੀ ਦਾ ਕੰਪਰੈਸ਼ਰ ਕੀ ਹੋ ਜਾਂਦਾ, ਬੰਦ ਹੋ ਜਾਂਦਾ। ਇੱਕਦਮ ਹੀ ਜਿਹੜੀ ਕੂਲਿੰਗ ਆ ਉਹ ਹਾਈ ਤੋਂ 0 ਤੇ ਆ ਜਾਂਦੀ। ਉਸ ਤੋਂ ਬਾਅਦ ਜੋ ਕਮਰੇ ਵਿੱਚ ਕੂਲਿੰਗ ਆ ਜਾਂ ਪੱਖਾ ਚੱਲ ਰਿਹਾ ਹੁੰਦਾ ਉਸੇ ਦੇ ਨਾਲ ਹੀ ਆਪਾਂ ਕੂਲਿੰਗ ਨੂੰ ਅਨੁਭਵ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਜਦੋਂ ਤੁਹਾਡੇ ਕਮਰੇ ਦੇ ਵਿੱਚ ਗਰਮੀ ਵਧਣ ਲੱਗਦੀ ਆ 25 ਡਿਗਰੀ ਤੇ ਜੇ ਸੈੱਟ ਕੀਤਾ, ਜਦੋਂ ਟੈਂਪਰੇਚਰ ਵੱਧ ਕੇ 26 ਡਿਗਰੀ ਤੇ ਹੁੰਦਾ ਤਾਂ ਉਦੋਂ ਉਹ ਕੰਪਰੈਸ਼ਰ ਚੱਲਣ ਲੱਗ ਜਾਂਦਾ। ਜਿਹੜਾ ਨੌਨ ਇਨਵਰਟਰ ਏਸੀ ਪਹਿਲਾਂ ਵਾਲੇ ਏਸੀ ਆਪਣੇ ਘਰਾਂ 'ਚ ਚੱਲਦੇ, ਵਾਰ ਹੀ ਇਹ ਝਟਕੇ ਲੱਗਦੇ ਰਹਿੰਦੇ, ਵਾਇਰਿੰਗ ਤੇ ਲੋਡ ਪੈਂਦਾ ਰਹਿੰਦਾ। ਜਿਹੜਾ ਇਨਵਰਟਰ ਏਸੀ ਆ ਉਹ ਜਦੋਂ ਆਪਾਂ ਇੱਕ ਵਾਰੀ ਸਟਾਰਟ ਕਰਤਾ ਉਹਨੇ ਦੁਬਾਰਾ ਬੰਦ ਨਹੀਂ ਹੋਣਾ ਕਦੀ ਵੀ, ਜਿੰਨੀ ਦੇਰ ਤੱਕ ਆਪਾਂ ਰਿਮੋਟ ਤੋਂ ਜਾਂ ਪਾਵਰ ਆਫ ਕਰਕੇ ਉਸ ਨੂੰ ਬੰਦ ਨਹੀਂ ਕਰ ਦੇਗੇ। ਮਤਲਬ ਕਿ ਜੇ ਤੁਸੀਂ 26 ਡਿਗਰੀ ਤੇ ਆਪਦਾ ਟੈਂਪਰੇਚਰ ਸੈੱਟ ਕਰਤਾ ਰਿਮੋਟ ਤੋਂ ਤੇ 26 ਡਿਗਰੀ ਤੇ ਆ ਕੇ ਪਹਿਲਾਂ ਫਾਸਟ ਕੂਲਿੰਗ ਕਰੂਗਾ, ਕਮਰੇ ਦੇ ਵਿੱਚ ਕੂਲਿੰਗ 26 ਡਿਗਰੀ ਤੱਕ ਪਹੁੰਚਾ ਕੇ ਇਹ ਕੂਲਿੰਗ ਨੂੰ ਮੇਨਟੇਨ ਕਰੂਗਾ। ਉੱਥੇ ਹੀ ਸਲੋ ਹੋ ਜਾਊਗਾ ਕੰਪਰੈਸ਼ਰ ਦੇ ਆਰਪੀਐਮ, ਕੰਪਰੈਸ਼ਰ ਘੱਟ ਕੰਮ ਕਰਨ ਲੱਗ ਜਾਊਗਾ, ਲੇਕਿਨ ਬੰਦ ਨਹੀਂ ਹੁੰਦਾ, ਕੰਟੀਨਿਊ ਚੱਲੀ ਜਾਊਗਾ ਜਦ ਤੱਕ ਆਪਾਂ ਰਿਮੋਟ ਤੋਂ ਇਸ ਨੂੰ ਬੰਦ ਨਹੀਂ ਕਰ ਦੇਗੇ। ਤੇ ਕਈ ਵਾਰੀ ਕਈ ਕਸਟਮਰ ਮਤਲਬ ਕਿ ਕਹਿੰਦੇ ਆ ਵੀ ਜਦੋਂ ਦੂਜਾ ਏਸੀ ਬੰਦ ਹੁੰਦਾ ਕਮਰੇ 'ਚ ਗਰਮੀ ਹੁੰਦੀ ਹੈ। ਜਿਹੜਾ ਨੌਨ ਇਨਵਰਟਰ ਏਸੀ ਹੈ ਜਦੋਂ ਕੰਪਰੈਸ਼ਰ ਬੰਦ ਹੁੰਦਾ ਦੁਬਾਰਾ ਫਿਰ ਕੂਲਿੰਗ ਸਟਾਰਟ ਹੋ ਜਾਂਦੀ। ਪਰ ਇਨਵਰਟਰ ਏਸੀ ਜਿੰਨੇ ਡਿਗਰੀ 'ਤੇ ਆਪਾਂ ਸੈੱਟ ਕਰਤਾ, ਜਿੰਨੇ ਟੈਂਪਰੇਚਰ 'ਤੇ ਉਨੇ ਟੈਂਪਰੇਚਰ 'ਤੇ ਨੇ ਕਾਂਸਟੈਂਟ ਕੰਟੀਨਿਊ ਕੂਲਿੰਗ ਕਮਰੇ ਦੇ ਵਿੱਚ ਰੱਖਣੀ ਆ, ਘੱਟ ਨਹੀਂ ਦੇਣੀ। ਉਸ ਤੋਂ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਸਮਾਰਟ ਸੈਂਸਰ। ਇਨਵਰਟਰ ਏਸੀ ਦੇ ਵਿੱਚ ਕੀ ਆ, ਸੈਂਸਰ ਲੱਗੇ ਹੋਏ ਆ, ਸਮਾਰਟ ਸੈਂਸਰ। ਮੰਨ ਲਓ ਕਮਰੇ ਦੇ ਵਿੱਚ ਆਪਾਂ ਸੁੱਤੇ ਪਏ ਹਾਂ, ਆਪਾਂ ਨੀਂਦ ਆ ਜਾਂਦੀ ਗੂੜੀ ਨੀਂਦ ਆ ਕੇ ਆਪਾਂ ਕੋਈ ਹਿੱਲ ਜੁਲ ਨਹੀਂ ਕਰਦੇਗੇ, ਕੋਈ ਮੂਵਮੈਂਟ ਕਮਰੇ ਦੇ ਵਿੱਚ ਨਹੀਂ ਹੋਈ। ਜੇ ਆਪਾਂ 24 ਡਿਗਰੀ ਤੇ ਇਹਨੂੰ ਸੈੱਟ ਕਰਕੇ ਚਲਾ ਰਹੇ ਹਾਂ, ਏਸੀ ਸੈਂਸ ਕਰਦਾ ਵੀ ਕਮਰੇ ਵਿੱਚ ਕੋਈ ਮੂਵਮੈਂਟ ਨਹੀਂ ਹੋ ਰਹੀ, ਕਮਰਾ ਖਾਲੀ ਆ ਜਾਂ ਕਮਰੇ ਦੇ ਵਿੱਚ ਜੋ ਕੋਈ ਵੀ ਹੈ ਉਹ ਸੁੱਤਾ ਪਿਆ, ਠੀਕ ਆ। ਉਹ ਜਿੰਨੀ ਕੂਲਿੰਗ ਹੈਗੀ ਆ ਉਹ ਆਰਾਮਦਾਇਕ ਕੂਲਿੰਗ ਦੇ ਵਿੱਚ ਸੁੱਤਾ ਪਿਆ, ਮੂਵਮੈਂਟ ਨਹੀਂ ਹੋ ਰਹੀ, ਤਾਂ ਇਹ ਕੀ ਕਰਦਾ, ਆਟੋਮੈਟਿਕ ਜਿਹੜਾ ਕਮਰੇ ਦਾ ਤਾਪਮਾਨ ਆ ਉਹ ਵਧਾ ਦਿੰਦਾ, ਕੂਲਿੰਗ ਘੱਟ ਕਰ ਦਿੰਦਾ ਜਿਹੜਾ ਸਮਾਰਟ ਸੈਂਸਰ ਆ।
ਸਮਾਰਟ ਸੈਂਸਰ ਇਹ ਵੀ ਸੈਂਸ ਕਰਦਾ ਵੀ ਜੇ ਕਮਰੇ ਦੇ ਵਿੱਚ ਅਚਾਨਕ ਗੈਦਰਿੰਗ ਹੋ ਗਈ, ਜ਼ਿਆਦਾ ਲੋਕ ਆ ਗਏ, ਤੇ ਇਹ ਜਿਹੜਾ ਹੈਗਾ 1.5 ਟਨ ਦਾ ਏਸੀ 1.5 ਟਨ ਦੇ ਏਸੀ ਤੋਂ ਵੀ ਵੱਧ ਪਰਫਾਰਮੈਂਸ ਦੇਣ ਲੱਗ ਜਾਂਦਾ, ਜ਼ਿਆਦਾ ਕੂਲਿੰਗ ਕਰ ਸਕਦਾ, ਸੈਂਸ ਕਰਦਾ ਇਹਦੇ ਸੈਂਸਰ। ਜੇ ਕਮਰੇ 'ਚ ਜ਼ਿਆਦਾ ਗੈਦਰਿੰਗ ਨਹੀਂ ਤੇ ਕੂਲਿੰਗ ਘਟਾ ਦਿੰਦਾ, ਤੇ ਜੇ ਇੱਕਦਮ ਜ਼ਿਆਦਾ ਲੋਕ ਆ ਗਏ ਤਾਂ ਕੂਲਿੰਗ ਵਧਾ ਸਕਦਾ। ਇਹ ਆ ਗਿਆ ਸਮਾਰਟ ਸੈਂਸਰ। ਉਸ ਤੋਂ ਅੱਗੇ ਹੈਗਾ ਫਾਸਟ ਕੂਲਿੰਗ। ਅੱਜ ਤੋਂ ਜੋ ਪਹਿਲਾਂ ਏਸੀ ਚੱਲ ਰਹੇ ਸੀ, ਸਮੇਂ ਸਮੇਂ 'ਤੇ ਟੈਕਨੋਲੋਜੀ ਬਦਲਦੀ ਰਹਿੰਦੀ ਹੈ। ਫਾਸਟ ਕੂਲਿੰਗ ਦਾ ਮਤਲਬ ਕੀ ਹੈ? ਹੁਣ ਜਿਵੇਂ LG ਦੇ ਵਿੱਚ ਆ ਰਿਹਾ ਟਵਿਨ ਕੰਪਰੈਸ਼ਰ, ਟਵਿਨ ਇਨਵਰਟਰ, ਜਿਸ ਦੇ ਉੱਤੇ ਵੀ ਲਿਖਿਆ ਹੋਊਗਾ ਜਾਂ ਟਵਿਨ ਕੰਪਰੈਸ਼ਰ ਜਾਂ ਟਵਿਨ ਇਨਵਰਟਰ ਲਿਖਿਆ ਹੋਊਗਾ, ਉਹਦਾ ਮਤਲਬ ਇੱਕ ਹੀ ਹੁੰਦਾ। ਅੱਗੇ ਜਿਹੜਾ ਆਪਣਾ ਰੋਟੇਟਰ ਚੱਲਦਾ ਕੰਪਰੈਸ਼ਰ ਦੇ ਵਿੱਚ, ਜਿਵੇਂ ਤੁਹਾਨੂੰ ਸਮਝਾਈਏ ਵੀ ਇੱਕ ਸਿਲੰਡਰ ਇੰਜਨ ਆ, ਇੱਕ ਸਿਲੰਡਰ ਇੰਜਨ ਆ, ਇਹਦੇ 'ਚ ਕੀ ਕਰਤੇ ਉਹਨਾਂ ਨੇ? 2 ਸਿਲੰਡਰ ਇੰਜਨ ਹੋ ਗਿਆ। ਜਿਵੇਂ ਉਸੇ ਤਰ੍ਹਾਂ ਜਿਹੜਾ ਟਵਿਨ ਕੰਪਰੈਸ਼ਰ ਆ, ਜਿੱਥੋਂ ਗੈਸ ਨੇ ਕੰਪਰੈਸ਼ ਕਰਨੀ ਆ ਕੰਪਰੈਸ਼ਰ ਦੇ ਵਿੱਚ, ਉਹ ਡਬਲ ਸਾਈਡ ਬਣਾਤੀ ਆ, ਟਵਿਨ ਕੰਪਰੈਸ਼ਰ ਬਣਾਤੇ। ਅੰਦਰ ਗੈਸ ਨੂੰ ਕੰਪਰੈਸ ਕਰਨ ਵਾਲਾ ਸਿਸਟਮ ਦੁੱਗਣਾ ਕਰਤਾ। ਦੁੱਗਣਾ ਕਰਨ ਦੇ ਨਾਲ ਕੀ ਹੈ, ਜਿਹੜੀ ਆ ਕੂਲਿੰਗ ਫਾਸਟ ਹੋ ਜਾਂਦੀ, ਵੱਧ ਜਾਂਦੀ ਹੈ। ਹੁਣ ਤਾਂ ਇੱਕ ਹੋਰ ਕੰਪਨੀ ਨੇ, ਸ਼ਾਇਦ ਸੈਮਸੰਗ ਨੇ, ਟ੍ਰਿਪਲ ਕੰਪਰੈਸ਼ਰ ਵੀ ਬਣਾਤਾ, 2 ਦੀ ਜਗ੍ਹਾ 3 ਕੰਪਰੈਸ਼ਰ ਬਣਾਤੇ ਆ ਉਹਦੇ ਵਿੱਚ। ਉਹ ਕੂਲਿੰਗ ਕੀ ਆ, ਹੋਰ ਫਾਸਟ ਕਰਦੇ ਆ। ਉਸ ਤੋਂ ਅੱਗੇ ਐਕਸਪੈਂਡੇਬਲ ਇਨਵਰਟਰ ਟੈਕਨੋਲੋਜੀ ਹਿਟਾਚੀ ਦੇ ਵਿੱਚ ਆ ਰਹੀ ਹੈ। ਐਕਸਪੈਂਡੇਬਲ ਇਨਵਰਟਰ ਟੈਕਨੋਲੋਜੀ ਕੀ ਆ? ਜਦੋਂ ਬਾਹਰ ਜਾਂ ਕਮਰੇ ਦੇ ਵਿੱਚ ਕਿਸੇ ਨੇ ਗੇਟ ਖੋਲ੍ਹਤਾ, ਏਸੀ ਚੱਲ ਰਿਹਾ, ਅੰਦਰ ਕੀ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਊਗਾ। ਅੰਦਰਲੀ ਕੂਲਿੰਗ ਠੰਡੀ ਹਵਾ ਜਦੋਂ ਬਾਹਰ ਚਲੀ ਗਈ, ਬਾਹਰਲੀ ਗਰਮ ਹਵਾ ਅੰਦਰ ਐਂਟਰ ਕਰ ਗਈ, ਕਮਰੇ ਦਾ ਟੈਂਪਰੇਚਰ ਵੱਧ ਜਾਊਗਾ। ਏਸੀ ਨੇ ਸੈਂਸ ਕਰੇ, ਉਸੇ ਵੇਲੇ ਕੁਇਕ ਕਮਰੇ ਦੇ ਵਿੱਚ ਕੂਲਿੰਗ ਕੀ ਆ, ਫਾਸਟ ਕਰ ਦੇਣੀ ਆ, ਤੇਜ਼ ਕਰਨੀ ਆ। ਜਿੰਨੀ ਕੂਲਿੰਗ ਘਟੀ ਆ ਉੱਥੇ ਮੇਨਟੇਨ ਕਰਨਾ ਬਹੁਤ ਫਾਸਟ। ਜੇ ਬਾਹਰ ਜਿਹੜਾ ਆਊਟਡੋਰ ਯੂਨਿਟ ਆ, ਉਸ 'ਤੇ ਵੀ ਸੈਂਸਰ ਲੱਗੇ ਹੋਏ ਆ। ਜੇ ਬਾਹਰ ਜ਼ਿਆਦਾ ਗਰਮੀ ਵੱਧ ਗਈ ਜਾਂ ਬਾਹਰ ਮੌਸਮ ਬਦਲ ਗਿਆ, ਮੌਸਮ ਥੋੜ੍ਹਾ ਠੰਡਾ ਹੋ ਗਿਆ, ਇਹਨੇ ਸੈਂਸ ਕਰਕੇ ਕੀ ਆ, ਕੂਲਿੰਗ ਘਟਾ ਦੇਣੀ ਹੈ। ਉਨੀ ਕੂਲਿੰਗ ਹੀ ਨਹੀਂ ਕੰਟੀਨਿਊ ਜਾਰੀ ਰੱਖਣੀ। ਜੇ ਕਮਰੇ 'ਚ ਕੂਲਿੰਗ ਘਟਦੀ ਤਾਂ ਵਧਾ ਦੇਣੀ ਹੈ। ਐਕਸਪੈਂਡੇਬਲ ਟੈਕਨੋਲੋਜੀ ਦੇ ਵਿੱਚ ਇਹਨਾਂ ਨੇ ਲਾਂਚ ਕੀਤਾ ਇਨਵਰਟਰ ਏਸੀ। ਉਸ ਤੋਂ ਅੱਗੇ ਹੈਗਾ ਗੈਸ ਲੀਕ ਦੇ ਚਾਂਸ ਘੱਟ ਹੁੰਦੇ। ਉਹ ਕਿਉਂ ਘੱਟ ਹੁੰਦੇ? ਤੁਸੀਂ ਆਮ ਹੀ ਦੇਖਿਆ ਹੋਣਾ, ਜੇ ਕੋਈ 4 ਸਿਲੰਡਰ ਇੰਜਨ ਆ, ਟਰੈਕਟਰ ਹੈਗਾ, ਕਾਰ ਹੈਗੀ ਆ, ਜਾਂ ਕੋਈ ਵੀ 4 ਸਿਲੰਡਰ ਜਾਂ 3 ਸਿਲੰਡਰ ਇੰਜਨ ਲਾ ਲਓ, ਜਦੋਂ ਸਟਾਰਟ ਖੜਾ ਹੁੰਦਾ ਤੁਸੀਂ ਵੇਖੋਗੇ ਤਾਂ ਵਾਈਬ੍ਰੇਸ਼ਨ ਕੀ ਹੈ, ਘੱਟ ਕਰਦਾ ਸਲੋ ਸਪੀਡ 'ਤੇ। ਪਰ ਜੇ ਆਟੋ ਸਟਾਰਟ ਖੜਾ ਹੋਵੇ, ਆਸ਼ਾ ਟਰੈਕਟਰ ਸਟਾਰਟ ਖੜਾ ਹੋਵੇ, ਜਾਂ ਪੀਟਰ ਰੇੜਾ ਸਟਾਰਟ ਖੜਾ ਹੋਵੇ, ਆਸ਼ਾ ਟਰੈਕਟਰ ਹੋਵੇ ਜਾਂ ਆਟੋ ਹੋਵੇ, ਤੁਸੀਂ ਉਹਨੂੰ ਹਰ ਇੱਕ ਨੇ ਵੇਖਿਆ ਵੀ ਹੈ ਅਤੇ ਨੋਟ ਵੀ ਕੀਤਾ ਹੋਣਾ, ਲਗਭਗ ਉਹ ਸਾਰੇ ਆਟੋ ਨੂੰ ਹਿੱਲਣ ਲਾ ਦਿੰਦਾ ਜੇ ਆਟੋ ਵਿੱਚ ਖਾਲੀ ਹੋਵੇ। ਇੰਜਨ ਵਾਈਬ੍ਰੇਸ਼ਨ ਕਰਦਾ, ਇੱਕ ਪਿਸਟਨ ਹੋਣ ਕਰਕੇ ਉਹਦਾ ਬੈਲੈਂਸ ਆ ਉਹ ਮਤਲਬ ਕਿ ਕੰਟਰੋਲ ਨਹੀਂ ਹੋ ਸਕਦਾ। ਵੇਟ ਵੀਲ ਵੀ ਲਾਇਆ ਹੁੰਦਾ, ਪਰ ਫਿਰ ਵੀ ਵੇਟ ਵੀਲ ਹੋਣ ਦੇ ਬਾਵਜੂਦ ਵੀ ਇੱਕ ਪਿਸਟਨ ਦੇ ਕਾਰਨ ਉਹਦਾ ਅਨਬੈਲੈਂਸ ਹੀ ਹੁੰਦਾ। ਲੇਕਿਨ ਜਿਹਦੇ 2 ਪਿਸਟਨ ਆ ਜਾਂ 2 ਪਿਸਟਨਾਂ ਤੋਂ ਵੱਧ ਜਦੋਂ ਲਾਇਆ ਹੁੰਦਾ, ਪਿਸਟਨ 2 3 4, ਜੇ ਇਸ ਤਰ੍ਹਾਂ ਆਪਾਂ ਜਿਹੜੇ ਵੀ ਇੰਜਨਾਂ ਦੇ ਪਿਸਟਨ ਵੱਧ ਹੈਗੇ ਆ, 4 ਪਿਸਟਨ ਤੱਕ ਹੈਗੇ ਜਾਂ 3 ਤੱਕ ਹੀ, ਉਹਨਾਂ 'ਚ ਕੀ ਹੈਗੀ ਆ ਵਾਈਬ੍ਰੇਸ਼ਨ, ਤੁਸੀਂ ਵੇਖੋਗੇ, ਨੋਟ ਕੀਤੀ ਹੋਊਗੀ। ਕਾਰਾਂ, ਬੱਸਾਂ, ਟਰੈਕਟਰ, ਟਰੱਕ, ਜਿੰਨੇ ਜ਼ਿਆਦਾ ਪਿਸਟਨ ਹੋਣਗੇ ਉਨੀ ਵਾਈਬ੍ਰੇਸ਼ਨ ਉਹਨਾਂ ਨੂੰ ਕੀ ਘੱਟ ਜਾਂਦੀ। ਬਹੁਤ ਹੀ ਸਮੂਥ ਇੰਜਨ ਚੱਲਦੇ ਆ ਉਹ। ਅਗਰ ਵਾਈਬ੍ਰੇਸ਼ਨ ਤੁਸੀਂ ਦੇਖੋਗੇ ਕਿ ਆਟੋ ਦੇ ਵਿੱਚ ਵਾਈਬ੍ਰੇਸ਼ਨ ਜ਼ਿਆਦਾ ਹੁੰਦੀ ਰਹੂਗੀ ਜਾਂ ਅਸੀਂ ਟਰੈਕਟਰ ਦੇ ਵਿੱਚ, ਉਹ ਕੀ ਆ, ਵੈਲਡਿੰਗ ਤੋੜਨਗੇ, ਪਾਈਪਾਂ ਤੋੜਨਗੇ, ਜਾਂ ਵਾਈਬ੍ਰੇਸ਼ਨ ਹੋਊਗੀ ਤਾਂ ਤਾਰਾਂ ਹਿੱਲਣਗੀਆਂ, ਤਾਰਾਂ ਟੁੱਟਣਗੀਆਂ। ਜਾਣੀ ਕਿ ਜਿਹੜੀ ਵਾਈਬ੍ਰੇਸ਼ਨ ਹੋ ਰਹੀ ਆ ਸਲੋ ਸਪੀਡ ਦੇ ਵਿੱਚ, ਉਹਨੇ ਤੁਹਾਡੀ ਮਸ਼ੀਨਰੀ ਦਾ ਨੁਕਸਾਨ ਕਰਨਾ ਹੀ ਕਰਨਾ। ਅੱਗੇ ਰੋਟਰੀ ਕੰਪਰੈਸ਼ਰ ਸਿੰਗਲ ਸਿਲੰਡਰ ਦੇ ਨਾਲ ਆਪਾਂ ਹੀ ਕੰਪੇਅਰ ਕਰ ਸਕਦੇ ਹਾਂ। ਆ ਰਿਹਾ ਵਿੱਚ ਵੇਟ ਪਾ ਕੇ ਬੈਲੈਂਸ ਕੀਤਾ ਹੁੰਦਾ ਪਾਈਪਾਂ ਦੇ, ਵਾਈਬ੍ਰੇਸ਼ਨ ਘੱਟ ਕਰਨ ਦੀ ਕੋਸ਼ਿਸ਼ ਬਹੁਤ ਕੀਤੀ ਹੈ ਹੁੰਦੀ ਕੰਪਨੀ, ਪਰ ਫਿਰ ਵੀ ਵਾਈਬ੍ਰੇਸ਼ਨ ਹੁੰਦੀ ਹੈ। ਤੇ ਇਹਦੇ 'ਚ ਕੀ ਆ, ਅਗਰ ਜੇ ਆਪਾਂ ਟਵਿਨ ਕੰਪਰੈਸ਼ਰ ਬਣਾ ਦਿੰਦੇ ਹਾਂ, ਟਵਿਨ ਕੰਪਰੈਸ਼ਰ ਦਾ ਮਤਲਬ ਹੋ ਗਿਆ 2 ਸਿਲੰਡਰ ਇੰਜਨ,
ठीक है। वाइब्रेशन बिल्कुल ही घट जाती है। वाइब्रेशन जो बिल्कुल घट जूगी तो AC कंबनी घट पैदा होगी, कंबनी घट पैदा होगी तो गैस लीक के चांसिस बिल्कुल घट जाते हैं। अगर गैस लीक के चांसिस बिल्कुल घट जाते हैं तो आप अपने वातावरण को भी बचाया, अपने आप को इकनोमिकल तौर पर भी बचा लिया। आप गैस लीक होगी तो आपू 2000-2500 का खर्चा पऊगा, परेशानी झलनी पऊगी। वातावरण के गैस जाऊगी तो वातावरण का नुकसान करूगी। दोस्तों दो गल्लां दा आपां होर जिक्र करते हैं। वो दो गल्लां किहड़ियां? एक तो जिहड़ा इन्वर्टर AC आ लो पावर के घट वोल्टेज ते भी ऑन हो जाता, क्योंकि ये विच ही पावर सप्लाई बनी हुंदी है जो कि वध आ जे तो घटा दिंदी है, कुछ हद तक घट आ जे तो आटोमैटिकली घट सप्लाई ते भी चल पैंदा है इन्वर्टर AC। दूजे AC नॉन इन्वर्टर AC है जे तुहाडी सप्लाई घट आ जां जिन्हां दा घर जिवें एंड ते हो जांदा जां पावर की प्रॉब्लम आ रही है जिन्हां दे घरां दे विच दूजे AC स्टार्ट नहीं हुंदे, नॉन इन्वर्टर AC स्टार्ट होण लग्गिआं बंद हो जाते हैं, स्टार्ट नहीं होंगे गे, AC चलते नहीं गे। तो उस कंडीशन दे विच जिहड़ा इन्वर्टर AC हैगा ये उत्थे जिथे लो पावर आ उत्थे लो वोल्टेज आ उत्थे इन्वर्टर AC चलदा। दूजी सब तो वड्डी गल इहदे च इह आ पावर सेवर। इन्वर्टर AC 20-25% पावर सेव करदा। 20-25% जिहड़ी पावर किवें सेव करदा, क्योंकि इन्वर्टर AC दे विच जिहड़ा रोटेटर आ दूजिआं दे विच जिहड़ा आम रूटर कह दिंदे आपां मोटर दे विच जो घुमदा हुंदा, उस रूटर दे विच आम पक्खे की मोटर जां छत वाला पक्खा जां दूजा कोई भी है टेबल फैन जां कोई भी पानी वाली मोटर आ उहनूं आपां खोलांगे उहदे जिहड़ा रूटर हुंदा जां रोटेटर आ उहदे विच एक सिंपल रूटर हुंदा, पत्तियां दे विच कोर दे विच एलूमीनीयम दी जां कापर दी वायरिंग कीती हुंदी आ, ठीक है। पर जिहड़ा इन्वर्टर AC है जिवें डैकन का इन्वर्टर AC विच स्विंग टाइप कंप्रैशर ਇਹਦੇ ਵਿੱਚ ਜਿਹੜਾ रूटर है ਉਹਦੇ ਵਿੱਚ मैगनेट ਲੱਗਿਆ ਹੋਇਆ रूटर ਦੇ ਵਿੱਚ मैगनेट ਜਿਹੜਾ ਲੱਗਿਆ ਹੁੰਦਾ ਉਹਦੇ ਨਾਲ ਕੀ ਆ AC ਨੂੰ ਜਿਹੜੀ ਕੰਪਰੈਸ਼ਰ ਨੂੰ ਆ ਉਹਦੇ ਵਿੱਚ ਪਾਵਰ ਆ ਜਿਹੜੀ ਆਮ ਕੰਪਰੈਸ਼ਰ ਨਾਲੋਂ ਜ਼ਿਆਦਾ ਸਟਰੈਂਥ ਪਾਵਰ ਵੱਧ ਜਾਂਦੀ ਹੈ ਤੇ ਜਿਹੜੀ ਪਾਵਰ ਦੀ ਕੰਜ਼ੰਪਸ਼ਨ ਆ ਬਿਜਲੀ ਦੀ ਜਿਹੜੀ ਖਪਤ ਆ ਉਹ ਘਟ ਜਾਂਦੀ ਹੈ ਉਹਦੇ ਕਰਕੇ ਕਿਉਂ ਮੈਗਨੇਟ ਦੇ ਵਿੱਚ ਪਹਿਲਾਂ ਹੀ ਪਾਵਰ ਹੁੰਦੀ 20-25% ਜਿਹੜਾ ਹੈਗਾ ਇਨਵਰਟਰ AC ਇਹ ਪਾਵਰ ਆਪਣੀ ਸੇਵ ਕਰਦਾ। ਦੂਜਿਆਂ ਨਾਲੋਂ ਇਨਵਰਟਰ AC ਹੈ ਜਿਹੜਾ ਦੂਜਿਆਂ ਏਸੀਆਂ ਨਾਲੋਂ ਨੌਨ ਇਨਵਰਟਰ AC ਤੋਂ 20-25% ਜਿਹੜੀ ਪਾਵਰ ਸੇਵ ਕਰੂਗਾ, ਘੱਟ ਬਿਜਲੀ ਖਾਊਗਾ ਬਿੱਲ। ਤੁਹਾਡੀ ਜਿਹੜੀ ਵੀਡੀਓ ਆ ਹੁਣ ਆਪਾਂ ਗੱਲ ਕਰਦੇ ਹਾਂ ਇਨਵਰਟਰ AC ਦੀ ਟੈਕਨੋਲੋਜੀ ਬਾਰੇ। ਇਨਵਰਟਰ AC ਦੀ ਟੈਕਨੋਲੋਜੀ ਸਿਰਫ ਇਹ ਵੀਡੀਓ ਉਸੇ ਨੂੰ ਸਮਝਾਊਗੀ ਜੋ ਵਿਗਿਆਨ ਨਾਲ ਇੰਟਰਸਟ ਰੱਖਦੇ ਆ ਜਾਂ ਜੋ AC DC ਬਾਰੇ ਜਾਣਦੇ ਆ, ਠੀਕ ਹੈ। ਹੁਣ ਆਪਾਂ ਗੱਲ ਕਰ ਲਏ ਆ ਬਰੀਫ ਦੇ ਵਿੱਚ ਡਿਟੇਲ ਦੇ ਵਿੱਚ ਇਨਵਰਟਰ AC ਦੇ ਅੰਦਰੂਨੀ ਜਿਹੜੀ ਇੱਕ ਆਊਟਡੋਰ ਯੂਨਿਟ ਦੇ ਵਿੱਚ PCB ਲੱਗੀ ਹੁੰਦੀ ਹੈ, ਸਰਕਟ ਬੋਰਡ ਹੁੰਦਾ, ਕਾਫੀ ਗੁੰਝਲਦਾਰ ਹੁੰਦਾ। ਉਹਦੇ ਵਿੱਚ ਕੀ ਸਿਸਟਮ ਹੁੰਦਾ, ਉਹ ਕਿਵੇਂ ਕੰਮ ਕਰਦਾ ਜਾਂ ਕੀ ਉਹਦੇ 'ਚ ਸਟੇਜਾਂ ਹੁੰਦੀਆਂ, ਉਹਨੂੰ ਸਮਝਣ ਪਿੱਛੇ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਆ ਕਿ ਫ੍ਰੀਕੁਐਂਸੀ ਕੀ ਹੁੰਦੀ ਆ, ਤਰੰਗ ਲੰਬਾਈ ਕੀ ਹੁੰਦੀ ਆ, ਵੇਵਲੈਂਥ, ਵੈਲੋਸਿਟੀ ਕੀ ਹੁੰਦੀ ਆ, ਐਂਪਲੀਟਿਊਡ ਕੀ ਹੁੰਦਾ, ਕੋਈ ਵੀ ਵੇਵ ਆ ਜਿਹੜੀ ਉਹਦਾ ਹਾਫ ਸਾਈਕਲ ਕੀ ਹੁੰਦਾ, ਫੁੱਲ ਸਾਈਕਲ ਕੀ ਹੁੰਦਾ, ਇਹ ਸਮਝਣਾ ਬਹੁਤ ਜ਼ਰੂਰੀ ਆ। ਇਹ ਸਮਝਣ ਤੋਂ ਬਾਅਦ ਤੁਹਾਨੂੰ ਇਨਵਰਟਰ AC ਲੱਗੂਗਾ ਵੀ ਇੰਨਾ ਸੌਖਾ, ਇੰਨੀ ਸੌਖੀ ਇਹਦੀ ਟੈਕਨੋਲੋਜੀ। ਅਗਰ ਇਹ ਚੀਜ਼ਾਂ ਆਪਾਂ ਨਹੀਂ ਸਮਝਦੇ ਤਾਂ ਤੁਹਾਨੂੰ ਸਮਝ ਨਹੀਂ ਆਉਣਾ ਵੀ ਇਨਵਰਟਰ AC ਦੀ ਟੈਕਨੋਲੋਜੀ ਕੀ ਹੁੰਦੀ ਹੈ। AC ਅਤੇ DC ਵੋਲਟੇਜ ਬਾਰੇ ਵੀ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਉਣਾ। ਜਿਹਨੂੰ AC DC ਅਤੇ ਇਹ ਤਰੰਗ ਲੰਬਾਈ ਦਾ ਪਤਾ ਲੱਗ ਗਿਆ, ਵੇਵਲੈਂਥ ਦਾ ਪਤਾ ਲੱਗ ਗਿਆ, ਉਹ ਇਨਵਰਟਰ AC ਦੀ ਟੈਕਨੋਲੋਜੀ ਸਮਝ ਸਕਦਾ। ਤੋ ਦੋਸਤੋ ਸ਼ੁਰੂ ਕਰਨ ਜਾ ਰਹੇ ਹਾਂ ਵੀਡੀਓ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫ੍ਰੀਕੁਐਂਸੀ ਤੋਂ। ਫ੍ਰੀਕੁਐਂਸੀ ਕੀ ਹੁੰਦੀ ਹੈ? ਫ੍ਰੀਕੁਐਂਸੀ ਜਿੰਨੇ ਮੇਰੇ ਦੋਸਤ ਵੀਡੀਓ ਵੇਖ ਰਹੇ ਪਤਾ ਸਾਰਿਆਂ ਨੂੰ
ਲੇਕਿਨ ਕਿਸੇ ਨੂੰ ਸਮਝਾ ਨਹੀਂ ਸਕਦੇ, ਕਿਸੇ ਦੋਸਤ ਨੂੰ ਦੱਸ ਨਹੀਂ ਸਕਦੇ, ਡਿਫਾਈਨ ਨਹੀਂ ਕਰ ਸਕਦੇ ਕਿ ਫ੍ਰੀਕੁਐਂਸੀ ਹੁੰਦੀ ਕੀ ਹੈ। ਹਰ ਇੱਕ ਹੀ ਗੱਲ ਕਰੂਗਾ ਇਹਦੇ ਵੀ 50 ਸਾਈਕਲ ਦੀ ਫ੍ਰੀਕੁਐਂਸੀ ਹੈ, ਜਿਵੇਂ ਘਰਾਂ 'ਚ ਬਿਜਲੀ ਆ ਰਹੀ 50 ਸਾਈਕਲ ਦੀ ਫ੍ਰੀਕੁਐਂਸੀ ਹੈ। ਪਰ ਕਿਸੇ ਨੂੰ ਦੱਸਣਾ ਜਾਂ ਸਮਝਾਉਣਾ ਬਹੁਤ ਔਖਾ ਵੀ ਆਪਾਂ ਕਿਵੇਂ ਦੱਸੀਏ ਫ੍ਰੀਕੁਐਂਸੀ ਕੀ ਹੁੰਦੀ ਹੈ, ਹਾਈ ਫ੍ਰੀਕੁਐਂਸੀ ਲੋ ਫ੍ਰੀਕੁਐਂਸੀ ਦਾ ਕੀ ਫਰਕ ਹੁੰਦਾ। ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਹਾਂ ਫ੍ਰੀਕੁਐਂਸੀ ਦਾ ਮਤਲਬ ਆ, ਫ੍ਰੀਕੁਐਂਸੀ ਕਿੱਥੋਂ ਪੈਦਾ ਹੋਈ, ਫ੍ਰੀਕੁਐਂਟ ਤੋਂ। ਫ੍ਰੀਕੁਐਂਟ ਜਦੋਂ ਭੁਚਾਲ ਆਉਂਦਾ ਆਪਾਂ ਕਹਿ ਦਿੰਦੇ ਹਾਂ ਫ੍ਰੀਕੁਐਂਟ ਆਇਆ, ਭੁਚਾਲ ਆ ਗਿਆ। ਭੁਚਾਲ ਦੇ ਵਿੱਚ ਕੀ ਹੁੰਦਾ, ਥਰਥਰਾਹਟ ਹੁੰਦੀ ਹੈ, ਕੰਬਣੀ ਪੈਦਾ ਹੁੰਦੀ ਹੈ, ਵਾਈਬ੍ਰੇਸ਼ਨ ਪੈਦਾ ਹੁੰਦੀ ਹੈ। ਵਾਈਬ੍ਰੇਸ਼ਨ ਹੀ ਇੱਕ ਫ੍ਰੀਕੁਐਂਸੀ ਆ, ਭਾਵੇਂ ਉਹ ਆਵਾਜ਼ ਦੀਆਂ ਤਰੰਗਾਂ ਦੇ ਵਿੱਚ ਵਾਈਬ੍ਰੇਸ਼ਨ ਪੈਦਾ ਹੋ ਰਹੀ ਆ, RF ਸਿਗਨਲ ਦੇ ਵਿੱਚ ਉਹਦੇ 'ਚ ਵਾਈਬ੍ਰੇਸ਼ਨ ਪੈਦਾ ਹੋ ਰਹੀ ਆ, ਜਾਂ ਕੋਈ ਪ੍ਰਕਾਸ਼ ਦੀਆਂ ਤਰੰਗਾਂ ਇੱਕ ਥਾਂ ਤੋਂ ਦੂਜੇ ਥਾਂ ਸਫ਼ਰ ਤੈਅ ਕਰ ਰਹੀਆਂ, ਇਹ ਸਿਰਫ ਤਰੰਗਾਂ ਦੇ ਵਿੱਚ ਵਾਈਬ੍ਰੇਸ਼ਨ ਦੇ ਨਾਲ ਹੀ ਅੱਗੇ ਸਫ਼ਰ ਤੈਅ ਹੋ ਰਿਹਾ। ਉਹ ਆਪਾਂ ਜ਼ਿਕਰ ਕਰਦੇ ਹਾਂ ਕੋਈ ਵੀ ਕਣ ਆ, ਮੰਨ ਲਓ ਆਹ ਕਣ, ਕਿਸੇ ਵੀ ਕਣ, ਇਹ ਜ਼ੀਰੋ ਆ, ਜ਼ੀਰੋ ਲਾਈਨ, ਇਹ ਕਣ ਆ, ਕਿਸੇ ਵੀ ਕਣ ਦਾ ਆਪਣਾ ਜ਼ੀਰੋ ਲਾਈਨ ਤੋਂ ਕਿਸੇ ਵੀ ਇੱਕ ਦਿਸ਼ਾ ਇਸ ਤਰ੍ਹਾਂ ਜੇ ਵਾਰੀ ਵਾਰੀ ਇਹ ਕੰਬੀ ਜਾਂਦਾ। ਇਹ ਜਿਹੜਾ ਕਣ ਆ ਆਪਦੀ ਵਿਰਾਮ ਅਵਸਥਾ ਵਿੱਚੋਂ ਜ਼ੀਰੋ ਤੋਂ ਕਿਸੇ ਵੀ ਇੱਕ ਪਾਸੇ, ਜਾਂ ਇਸ ਪਾਸੇ ਜਾਂ ਇਸ ਪਾਸੇ, ਜਦੋਂ ਵਾਰ-ਵਾਰ ਹੀ ਇਹ ਕੰਬਦਾ ਕੋਈ ਵੀ ਕਣ, ਤਾਂ ਉਹਨੂੰ ਕੀ ਕਹਿ ਦਿੰਦੇ ਆ, ਫ੍ਰੀਕੁਐਂਟ ਹੋ ਰਿਹਾ। ਇਹਦੇ 'ਚ ਕੋਈ ਤਰੰਗ ਪੈਦਾ ਹੋ ਰਹੀ ਹੈ, ਫ੍ਰੀਕੁਐਂਸੀ ਪੈਦਾ ਹੋ ਰਹੀ ਹੈ, ਇਹਦੇ 'ਚ ਫ੍ਰੀਕੁਐਂਸੀ ਪੈਦਾ ਹੋ ਰਹੀ ਹੈ। ਫ੍ਰੀਕੁਐਂਸੀ ਕੀ 1 ਸੈਕਿੰਡ ਦੇ ਵਿੱਚ ਇਹ ਕਣ ਜਿਹੜਾ ਕੋਈ ਵੀ ਆਪਦੀ ਵਿਰਾਮ ਅਵਸਥਾ ਤੋਂ 1 ਸੈਕਿੰਡ ਦੇ ਵਿੱਚ ਜਿੰਨੀ ਵਾਰੀ ਕੰਬਣੀ ਪੈਦਾ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਇਹਦੀ ਫ੍ਰੀਕੁਐਂਸੀ। ਜਿੰਨੀਆਂ ਕੰਪਨਾਂ ਪੈਦਾ ਹੁੰਦੇ 1 ਸੈਕਿੰਡ ਦੇ ਵਿੱਚ ਉਹਦੀ ਫ੍ਰੀਕੁਐਂਸੀ ਕਹੀ ਜਾਂਦੀ। ਫ੍ਰੀਕੁਐਂਸੀ ਨੂੰ HZ ਹਰਟ ਦੇ ਵਿੱਚ ਆਪਾਂ ਗਿਣਦੇ ਹਾਂ। ਹੁਣ ਆਪਾਂ ਦੇਖਦੇ ਹਾਂ ਵੀ ਤਰੰਗ ਕੀ ਹੁੰਦੀ ਆ। ਮੈਂ ਮੂੰਹ ਦੇ ਵਿੱਚੋਂ ਆਵਾਜ਼ ਕੱਢ ਰਿਹਾ, ਇਹ ਆਵਾਜ਼ ਤੁਹਾਨੂੰ ਸੁਣ ਰਹੀ ਹੈ। ਮੂੰਹ ਦੇ ਵਿੱਚੋਂ ਜਿਹੜੀ ਆਵਾਜ਼ ਕੱਢ ਰਹੇ ਆ, ਜਾਂ ਕੋਈ ਸਪੀਕਰ ਆ, ਹੌਰਨ ਆ, ਉਹ ਕੀ ਕਰਦਾ, ਤੁਸੀਂ ਧਿਆਨ ਨਾਲ ਵੇਖਿਆ ਹੋਣਾ, ਜਦੋਂ ਮੋਟਰਸਾਈਕਲ ਦਾ ਜਾਂ ਟਰੱਕ ਦਾ, ਬੱਸ ਦਾ ਆਪਾਂ ਕੋਈ ਵੀ ਹਾਰਨ ਵਜਾਉਂਦੇ ਆ, ਉਹਦੇ ਆਸੇ ਪਾਸੇ ਜਿਹੜੇ ਹਾਰਨ ਦਾ ਬਾਹਰਲਾ ਮੂੰਹ ਆ ਉਹਦੇ 'ਚ ਕੀ ਹੁੰਦੀ ਹੈ, ਵਾਈਬ੍ਰੇਸ਼ਨ ਪੈਦਾ ਹੁੰਦੀ, ਕੰਬਣੀ ਪੈਦਾ ਹੁੰਦੀ। ਉਹ ਜਿਹੜੀ ਕੰਬਣੀ ਆ ਹਵਾ ਦੀਆਂ ਲਹਿਰਾਂ ਨੂੰ ਖੱਬੇ ਸੱਜੇ ਇਸ ਤਰ੍ਹਾਂ ਹਿਲਾਉਂਦੀ ਆ, ਹਵਾ ਦੀਆਂ ਲਹਿਰਾਂ ਨੂੰ ਹਿਲਾਉਂਦੀ ਹੈ। ਉਹ ਕੰਬਣੀ ਕਿਸ ਤਰ੍ਹਾਂ ਦੀ ਆ, ਠੀਕ ਹੈ ਨਾ, ਉਹ ਕੰਬਣੀ 'ਚ ਆਵਾਜ਼ ਪੈਦਾ ਹੁੰਦੀ ਹੈ, ਆਵਾਜ਼ ਦੀਆਂ ਲਹਿਰਾਂ ਆਪਣੇ ਤੱਕ ਆਉਂਦੀਆਂ, ਜਿਹੜੀਆਂ ਤਰੰਗਾਂ ਹੁੰਦੀਆਂ, ਤਰੰਗਾਂ। ਪਾਣੀ ਦੇ ਵਿੱਚ ਜੇ ਆਪਾਂ ਪੱਥਰ ਸਿੱਟਾਂਗੇ, ਡਲਾ ਮਾਰਾਂਗੇ, ਜਾਂ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ, ਸਮੁੰਦਰ ਦੇ ਕੰਢੇ ਖੜੇ ਹੋਈਏ, ਤਾਂ ਤੁਸੀਂ ਦੇਖਿਆ ਹੁਣ ਉਹਦੇ 'ਚ ਵੀ ਤਰੰਗਾਂ ਪੈਦਾ ਹੁੰਦੀਆਂ, ਇਸ ਤਰ੍ਹਾਂ ਆਹ ਦੇਖੋ, ਇਸ ਤਰ੍ਹਾਂ ਤਰੰਗਾਂ ਇਹ ਪੈਦਾ ਹੋ ਰਹੀਆਂ। ਇਹ ਤਰੰਗਾਂ ਕੀ ਹੈ, ਉੱਪਰ ਥੱਲੇ ਹੋ ਰਹੀਆਂ, ਤੇ ਨਾਲ ਦੀ ਨਾਲ ਕੀ ਇਹ ਅੱਗੇ ਨੂੰ ਵੀ ਵੱਧ ਰਹੀਆਂ, ਇੱਕ ਥਾਂ ਤੋਂ ਅੱਗੇ ਵੱਧ ਰਹੀਆਂ ਤਰੰਗਾਂ। ਅੱਗੇ ਵਧਣ ਦਾ ਮਤਲਬ ਆਪਾਂ ਅੱਖਾਂ ਨਾਲ ਵੇਖ ਕੇ ਤਾਂ ਉਹ ਜੱਜ ਨਹੀਂ ਕਰ ਸਕਦੇ, ਕੈਮਰੇ ਨਾਲ ਸਲੋ ਕਰਕੇ ਦੇਖਾਂਗੇ ਤਾਂ ਅੱਗੇ ਵਧਣਗੀਆਂ। ਅੱਗੇ ਵੱਧ ਰਹੀਆਂ ਤਰੰਗਾਂ ਨੂੰ ਆਪਾਂ ਗ੍ਰਾਫ ਦੁਆਰਾ ਕਿਵੇਂ ਦਰਸਾਵਾਂਗੇ। ਜੇ ਇੱਥੇ ਆਹ ਤਰੰਗ ਉੱਪਰ ਨੂੰ ਜਾ ਰਹੀ ਆ, ਤਾਂ ਇੱਥੇ ਕੀ ਤਰੰਗ ਹੋ ਜੂਗੀ, ਥੱਲੇ ਨੂੰ, ਇੱਥੇ ਉੱਪਰ ਨੂੰ ਹੋ ਜੂਗੀ, ਇੱਥੇ ਥੱਲੇ ਨੂੰ ਹੋ ਜੂਗੀ। ਯਾਨੀ ਕਿ ਆਹ ਜਿਹੜੀ ਤਰੰਗ ਆ ਹੁਣ ਉੱਪਰ ਨੂੰ ਸੀ, ਇਹ ਤਰੰਗ ਥੱਲੇ ਹੋ ਗਈ, ਇੱਥੇ ਫਿਰ ਉੱਪਰ ਹੋ ਗਈ। ਪਰ ਜਦੋਂ ਇਸ ਜਗ੍ਹਾ ਤੇ ਜਿੱਥੇ ਉੱਪਰ ਨੂੰ ਤਰੰਗ ਆ, ਇਸੀ ਜਗ੍ਹਾ ਤੇ ਫਿਰ ਟੋਆ ਪੈ ਜਾਊਗਾ, ਤਰੰਗ ਥੱਲੇ ਨੂੰ ਹੋ ਜੂਗੀ, ਇੱਥੋਂ ਤਰੰਗ ਉੱਪਰ ਨੂੰ ਹੋ ਜੂਗੀ। ਇਹ ਤਰੰਗਾਂ ਇਸ ਤਰ੍ਹਾਂ ਕਰਕੇ ਅੱਗੇ ਵੱਧਦੀਆਂ ਜਾਂਦੀਆਂ। ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਜਦੋਂ ਕੋਈ ਵੀ ਤਰੰਗ ਆ ਆਵਾਜ਼ ਦੇ ਵਿੱਚੋਂ ਪੈਦਾ ਹੋ ਰਹੀ ਹੈ, ਜਾਂ ਰੇਡੀਓ ਫ੍ਰੀਕੁਐਂਸੀ ਆ, ਜਾਂ ਕੋਈ ਵੀ ਵੀਡੀਓ ਆ, ਠੀਕ ਆ, ਇਹ ਤਰੰਗਾਂ ਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ, ਜਿਹੜੀਆਂ 5 ਚੀਜ਼ਾਂ ਮੇਨ ਜ਼ਰੂਰੀ ਆਪਾਂ ਨੂੰ ਨੋਟ ਕਰਨੀਆਂ। ਇਹ 5 ਚੀਜ਼ਾਂ ਸਮਝਣੀਆਂ ਪੈਣੀਆਂ ਜੇ ਆਪਾਂ ਇਨਵਰਟਰ AC ਬਾਰੇ ਜਾਣਕਾਰੀ ਲੈਣੀ ਹੈ। ਤਾਂ ਕੋਈ ਵੀ ਤਰੰਗ ਆ ਜਦੋਂ ਆਪਦੇ ਜ਼ੀਰੋ ਤੋਂ ਜ਼ੀਰੋ ਬੈਲੈਂਸ ਕਿਸੇ ਵੀ ਇੱਕ ਪਾਸੇ ਜਾਂਦੀ ਹੈ,
ਇੱਥੋਂ ਲੈ ਕੇ ਇੱਥੋਂ ਤੱਕ ਆਊਗੀ। ਇਹਨੂੰ ਕੀ ਕਹਿੰਦੇ ਆ? ਪੋਜ਼ਿਟਿਵ ਹਾਫ ਸਾਈਕਲ। ਪੋਜ਼ਿਟਿਵ ਹਾਫ ਸਾਈਕਲ ਕਹਿੰਦੇ ਆ। 5 ਚੀਜ਼ਾਂ ਜਿਹੜੀਆਂ ਆਪਾਂ ਸਮਝਾਉਣੀਆਂ, ਇੱਕ ਤਾਂ ਹੋ ਗਈ ਵੇਵਲੈਂਥ, ਐਂਪਲੀਟਿਊਡ, ਵੇਵਲੈਂਥ, velocity, time period, एक ਆਪਾਂ ਲਿਖਦੇ ਹਾਂ frequency, positive half cycle, एक हो गया हाफ साइकिल, ਤੇ ਫੁੱਲ ਸਾਈਕਲ। ਸਭ ਤੋਂ ਪਹਿਲਾਂ ਚੀਜ਼ ਆਪਾਂ ਸਮਝਦੇ ਹਾਂ ਵੇਵ ਲੈਂਥ। ਜਦੋਂ ਕੋਈ ਵੀ ਤਰੰਗ ਪੈਦਾ ਹੋਈ ਹੈ, ਭਾਵੇਂ ਪਾਣੀ 'ਚ ਪੈਦਾ ਹੋਈ ਹੈ, ਭਾਵੇਂ ਆਵਾਜ਼ ਦੀ ਤਰੰਗ ਆ, ਠੀਕ ਹੈ ਨਾ, ਉਹਦੀ ਵੇਵ ਲੈਂਥ ਕੀ ਹੁੰਦੀ ਆ? ਵੇਵ ਲੈਂਥ ਆ ਜਦੋਂ ਤਰੰਗ ਉੱਪਰ ਹੋ ਕੇ ਫਿਰ ਥੱਲੇ ਹੋ ਕੇ ਆ ਜਿਹੜਾ ਸਫ਼ਰ ਤੈਅ ਕਰਦੀ ਆ ਇੱਕ ਸਾਈਕਲ ਤੋਂ ਦੂਜੇ ਸਾਈਕਲ ਦੇ ਵਿਚਕਾਰ ਜਿਹੜਾ ਸਫ਼ਰ ਆ, ਇਹਦੀ ਜਿਹੜੀ ਦੂਰੀ ਆਪਸ ਦੀ, ਕਿਉਂਕਿ ਇਨਵਰਟਰ ਏਸੀ ਦੇ ਵਿੱਚ ਇਹਨਾਂ ਚੀਜ਼ਾਂ ਦੇ ਸਿਧਾਂਤ ਤੇ ਇਨਵਰਟਰ ਏਸੀ ਕੰਮ ਕਰਦਾ, ਵੇਵ ਲੈਂਥ ਤੇ ਐਂਪਲੀਟਿਊਡ ਦੇ। ਕਿਸੇ ਤਕਨੀਕ ਦੇ ਵਿੱਚ ਉਹਦਾ ਐਂਪਲੀਟਿਊਡ ਵਧਾਉਂਦੇ ਆ, ਕਿਸੇ ਤਕਨੀਕ ਦੇ ਵਿੱਚ ਉਹਦਾ ਵੇਵ ਲੈਂਥ ਚੇਂਜ ਕਰਦੇ ਆ। ਅਗਰ ਇਹ ਚੀਜ਼ਾਂ ਆਪਾਂ ਧਿਆਨ ਨਾਲ ਸਮਝਾਂਗੇ ਤਾਂ ਇਨਵਰਟਰ ਏਸੀ ਦਾ ਤੁਹਾਨੂੰ ਪੂਰਾ ਪਤਾ ਲੱਗ ਜੂਗਾ ਕਿਵੇਂ ਕੰਮ ਕਰਦਾ। ਜਿਵੇਂ ਘਰਾਂ ਦੇ ਵਿੱਚ ਇਨਵਰਟਰ ਚੱਲਦਾ, 12 ਵੋਲਟ ਤੇ ਇਨਵਰਟਰ ਚੱਲਦਾ DC ਤੋਂ, 12 ਵੋਲਟ DC ਤੋਂ 220 ਵੋਲਟ ਏਸੀ ਬਣਾਉਂਦਾ। ਉਹਦੇ ਵਿੱਚ ਵੀ PWM ਤਕਨੀਕ ਅਪਣਾਈ ਹੈ, ਪਲਸ ਵਿਡਥ ਮੋਡੂਲੇਸ਼ਨ। ਜਿਹੜੀ ਉਹ ਪਲਸ ਦੀ ਉਹਦੀ ਵਿਡਥ ਘਟਾ ਵਧਾ ਕੇ ਉਹਦੀ ਵਿਡਥ ਹੈ ਜਿਹੜੀ ਉਹਦਾ 19 ਰੱਖਦੇ ਆ, ਪਲਸ ਵਿਡਥ ਮੋਡੂਲੇਸ਼ਨ ਉਹਨੂੰ ਕੀਤਾ ਜਾਂਦਾ। ਉਹਦੇ ਕੀ ਐਂਪਲੀਟਿਊਡ ਦੇ ਵਿੱਚ ਫਰਕ ਪਾਇਆ ਜਾਂਦਾ। ਇਨਵਰਟਰ ਦੇ ਵਿੱਚ ਫਰੀਕੁਐਂਸੀ 50 ਸਾਈਕਲ ਉਹਦੀ ਸੇਮ ਹੀ ਰਹਿੰਦੀ ਆ, ਉਹਦਾ ਕੀ ਆ ਐਂਪਲੀਟਿਊਡ ਵਧਾ ਘਟਾ ਕੇ, ਕਿਉਂਕਿ ਜਦੋਂ 12 ਵੋਲਟ ਹੁੰਦੀ ਆ ਇਨਵਰਟਰ ਉਦੋਂ ਵੀ 220 ਵੋਲਟ ਕੱਢਦਾ, ਜਦੋਂ ਬੈਟਰੀ ਡਾਊਨ ਹੋ ਕੇ 10 ਵੋਲਟ ਤੇ ਆ ਜਾਂਦਾ ਉਦੋਂ ਵੀ 220 ਵੋਲਟ ਕੱਢਦਾ, ਕਿਉਂਕਿ 10 ਵੋਲਟ ਤੇ ਵੀ 220 ਵੋਲਟ ਕੱਢਦਾ ਤੇ 12 ਤੇ ਵੀ ਉਹ 220 ਵੋਲਟ ਕੱਢਦਾ। ਉਹ ਕਿਵੇਂ ਕੱਢਦਾ? ਉਹਦੇ ਐਂਪਲੀਟਿਊਡ ਦੇ ਵਿੱਚ ਅੰਦਰ ਸਟੇਜ ਹੁੰਦੀ ਹੈ, ਉਹਦੇ 'ਚ ਐਂਪਲੀਟਿਊਡ ਦੇ ਵਿੱਚ ਫਰਕ ਪਾ ਦਿੰਦੀ। ਉਹ ਤੁਹਾਨੂੰ ਦੱਸਣ ਲੱਗਿਆ ਵੀ ਐਂਪਲੀਟਿਊਡ ਕੀ ਹੁੰਦਾ, ਵੇਵ ਲੈਂਥ ਕੀ ਹੁੰਦੀ ਹੈ। ਵੇਵ ਲੈਂਥ ਦੇ ਵਿੱਚ ਫਰਕ ਪੈ ਜੇ, ਐਂਪਲੀਟਿਊਡ ਦੇ ਵਿੱਚ ਫਰਕ ਪੈ ਜੇ ਜਾਂ ਫਰੀਕੁਐਂਸੀ ਦੇ ਵਿੱਚ ਫਰਕ ਪੈ ਜੇ ਤਾਂ ਕੀ ਫਰਕ ਹੁੰਦਾ? ਹੁਣ ਆਪਣੀਆਂ ਜਿਹੜੀਆਂ ਘਰਾਂ 'ਚ ਪੱਖੇ ਚੱਲਦੇ ਆ, ਇਹ 50 ਸਾਈਕਲ ਦੀ ਫਰੀਕੁਐਂਸੀ ਏਸੀ 'ਤੇ ਚੱਲ ਰਹੇ ਆ। ਅਗਰ ਇਹਦੀ 50 ਸਾਈਕਲ ਦੀ ਫਰੀਕੁਐਂਸੀ ਦੀ ਜਗ੍ਹਾ ਆਪਾਂ ਇਹ ਵਧਾ ਕੇ 60 ਕਰ ਦਿੰਦੇ ਆ ਤਾਂ ਕੀ ਹੋ ਜਾਊਗਾ? ਇਹਦੀ ਸਪੀਡ ਅੱਗੇ ਨਾਲੋਂ ਵੱਧ ਜੂਗੀ। ਇਹਨਾਂ 2-3 ਚੀਜ਼ਾਂ 'ਤੇ ਸਪੀਡ ਨੂੰ ਕੰਟਰੋਲ ਕੀਤਾ ਜਾਂਦਾ, ਫਰੀਕੁਐਂਸੀ 'ਤੇ, ਐਂਪਲੀਟਿਊਡ 'ਤੇ ਵੇਵ ਲੈਂਥ 'ਤੇ। ਹੁਣ ਆਪਾਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਆਪਾਂ ਵੀ ਵੇਵ ਲੈਂਥ ਕੀ ਹੁੰਦੀ ਹੈ। ਆਹ ਸਾਈਕਲ ਤੋਂ ਆਹ ਸਾਈਕਲ ਤੱਕ ਦੂਰ ਇਹਨੂੰ ਕਹਿੰਦਾ ਜਾਂਦਾ ਵੇਵ ਲੈਂਥ। ਉਸ ਤੋਂ ਅੱਗੇ ਹੈਗਾ ਐਂਪਲੀਟਿਊਡ। 0 ਤੋਂ ਲੈ ਕੇ ਕਿਸੇ ਪਾਸੇ ਵੀ ਇੱਕ ਜਿਹੜੀ ਤਰੰਗ ਆ ਜਿੰਨੀ ਵੱਧ ਤੋਂ ਵੱਧ ਦੂਰੀ ਤੈਅ ਕਰਦੀ ਹੈ, ਇੱਥੋਂ ਲੈ ਕੇ ਇੱਥੋਂ ਤੱਕ, ਉਹਨੂੰ ਉਹਦਾ ਕੀ ਕਿਹਾ ਜਾਂਦਾ? ਐਂਪਲੀਟਿਊਡ। ਐਂਪਲੀਟਿਊਡ ਕਿਸੇ ਵੀ ਤਰੰਗ ਦੀ ਆਪਾਂ ਸਟਰੈਂਥ ਜਾਂ ਪਾਵਰ ਦਰਸਾਉਂਦੀ ਹੈ। ਜਿਵੇਂ ਕਿ ਸਮੁੰਦਰ ਦੇ ਵਿੱਚ ਤਰੰਗਾਂ ਪੈਦਾ ਹੁੰਦੀਆਂ, ਆਹ ਛੋਟੀਆਂ ਛੋਟੀਆਂ ਤਰੰਗਾਂ ਪੈਦਾ ਹੁੰਦੀਆਂ, ਠੀਕ ਹੈ। ਇੱਕ ਜਦੋਂ ਸੁਨਾਮੀ ਆਉਂਦੀ ਆ, ਵੱਡੀਆਂ ਵੱਡੀਆਂ ਤਰੰਗਾਂ ਪੈਦਾ ਹੁੰਦੀਆਂ। ਇਹਦੇ 'ਚ ਕੀ ਫਰਕ ਪੈ ਗਿਆ? ਆਹ ਨਿੱਕੀ ਲਹਿਰ ਆ, ਇਹ ਕਿਸੇ ਨੂੰ ਨੁਕਸਾਨ ਨਹੀਂ ਕਰਦੀ। ਜਿਹੜੀ ਪਾਣੀ ਦੀ ਲਹਿਰ ਹੈ ਇਹਨੇ ਕਿਸੇ ਨੂੰ ਨੁਕਸਾਨ ਨਹੀਂ ਕੀਤਾ, ਸਲੋ ਆਹ ਲਹਿਰ ਨੇ ਨੁਕਸਾਨ ਕੀਤਾ। ਕਿਉਂ? ਇਹਦਾ ਐਂਪਲੀਟਿਊਡ ਵੱਧ ਗਿਆ। ਇੱਥੋਂ ਇਹ ਲਹਿਰ ਬਹੁਤ ਉੱਚੀ ਹੋ ਕੇ ਨੀਵੀਂ ਆਈ,
ਆਪਦੇ ਜ਼ੀਰੋ ਲੈਵਲ ਤੋਂ ਬਹੁਤ ਉੱਚੀ ਗਈ, ਫਿਰ ਜ਼ੀਰੋ ਲੈਵਲ ਤੋਂ ਥੱਲੇ ਗਈ, ਇਹਦਾ ਐਂਪਲੀਟਿਊਡ ਵੱਧ ਗਿਆ। ਇਹ ਆਪਾਂ ਇਹਦਾ ਕਹਿੰਦੇ ਆ ਐਂਪਲੀਟਿਊਡ। ਉਸ ਤੋਂ ਅੱਗੇ ਹੈਗਾ ਵੈਲੋਸਿਟੀ। ਵੈਲੋਸਿਟੀ ਕੀ ਹੁੰਦੀ ਆ? ਕੋਈ ਵੀ ਜਿਹੜੀ ਤਰੰਗ ਆ ਹਵਾ ਦੇ ਵਿੱਚ ਜਦੋਂ ਸਫ਼ਰ ਤੈਅ ਕਰ ਰਹੀ ਹੈ, 1 ਸੈਕਿੰਡ ਦੇ ਵਿੱਚ ਉਹ ਤਰੰਗ ਕਿੰਨੀ ਦੂਰੀ ਤੈਅ ਕਰਦੀ ਹੈ, ਕਿੰਨਾ ਸਫ਼ਰ ਤੈਅ ਕਰਦੀ ਹੈ, ਉਹਨੂੰ ਕਿਹਾ ਜਾਂਦਾ ਉਹਦੀ ਵੈਲੋਸਿਟੀ। ਜਿਵੇਂ ਆਪਾਂ ਮੂੰਹ 'ਚੋਂ ਜਿਹੜੀ ਆਵਾਜ਼ ਕੱਢਦੇ ਹਾਂ ਉਹਦੀ ਵੈਲੋਸਿਟੀ ਹੈਗੀ ਆ 332 ਮੀਟਰ ਪ੍ਰਤੀ ਸਕਿੰਟ। 332 ਮੀਟਰ ਪ੍ਰਤੀ ਸਕਿੰਟ। ਤੇ ਜਿਹੜੀ ਹੈਗੀ ਆ ਪ੍ਰਕਾਸ਼ ਜਾਂ ਲਾਈਟ ਜਾਂ ਬਿਜਲੀ ਆ, ਇਹਨਾਂ ਦੀ ਸਪੀਡ ਹੈਗੀ ਹੈ 1 ਸਕਿੰਟ ਦੇ ਵਿੱਚ 3 ਲੱਖ ਕਿਲੋਮੀਟਰ। ਇਹਦੇ ਤੋਂ ਕਿੰਨਾ ਗੁਣਾ ਜ਼ਿਆਦਾ ਹੋ ਗਿਆ। ਜਿਹੜੀ ਆਵਾਜ਼ ਦੀ ਸਪੀਡ ਆ ਉਹ ਹੈਗੀ 332 ਮੀਟਰ ਇਕੱਲੇ। 1 ਸਕਿੰਟ ਦੇ ਵਿੱਚ ਆਵਾਜ਼ 332 ਮੀਟਰ ਸਫ਼ਰ ਤੈਅ ਕਰੂਗੀ। ਤੇ ਜਿਹੜਾ ਵੋਲਟੇਜ ਹੈਗੀ ਆ, ਕਰੰਟ ਹੈ, ਉਹ 1 ਮਿੰਟ ਦੇ ਵਿੱਚ 3 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰੂਗਾ। ਜਾਂ ਜਿਹੜੀ ਲਾਈਟ ਆ, ਪ੍ਰਕਾਸ਼ ਆ, ਇਹ ਵੀ 1 ਸਕਿੰਟ ਦੇ ਵਿੱਚ 3 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ। 1 ਸਕਿੰਟ ਦੇ ਵਿੱਚ ਜਿੰਨੀ ਸਿੱਧੀ ਦੂਰੀ ਤੈਅ ਕਰਦੀ ਹੈ ਕੋਈ ਵੀ ਤਰੰਗ, ਉਹਨੂੰ ਉਹਦੀ ਕੀ ਕਿਹਾ ਜਾਂਦਾ? ਵੈਲੋਸਿਟੀ। ਵੈਲੋਸਿਟੀ। ਉਸ ਤੋਂ ਅੱਗੇ ਆ ਗਿਆ ਟਾਈਮ ਪੀਰੀਅਡ। ਟਾਈਮ ਪੀਰੀਅਡ ਕੀ ਹੁੰਦਾ? ਕੋਈ ਵੀ ਆ ਜਿਹੜੀ ਤਰੰਗ ਆ, ਜਿਹੜੀ ਵੇਵ ਲੈਂਥ ਆ, ਇੱਕ ਜਿਹੜੀ ਵੇਵ ਲੈਂਥ ਆ, ਉਹ ਟਾਈਮ ਕਿੰਨਾ ਲੈਂਦੀ ਹੈ ਆਪਣੇ ਆਪ ਨੂੰ ਸਿੱਧਾ ਸਫ਼ਰ ਤੈਅ ਕਰਨ ਪਿੱਛੇ? ਇੱਕ ਵੇਵ ਲੈਂਥ ਕਿੰਨਾ ਸਮਾਂ ਲੈਂਦੀ, ਉਹਨੂੰ ਕਿਹਾ ਜਾਂਦਾ ਟਾਈਮ ਪੀਰੀਅਡ। ਟਾਈਮ ਪੀਰੀਅਡ ਇੱਥੇ ਆਪਣੇ ਵਾਸਤੇ ਕੋਈ ਅਹਿਮੀਅਤ ਨਹੀਂ ਦਿੰਦਾ। ਹੁਣ ਆਪਾਂ ਨੂੰ ਅੱਗੇ ਆ ਗਿਆ ਫ੍ਰੀਕੁਐਂਸੀ। ਕੋਈ ਵੀ ਜਿਹੜੀ ਤਰੰਗ ਪੈਦਾ ਹੋ ਰਹੀ ਆ, ਲਗਾਤਾਰ ਕੰਪਨੀ ਪੈਦਾ ਕਰ ਰਹੀ ਆ ਆਪਣੀ, ਭਾਵੇਂ ਆਵਾਜ਼ ਆ, ਉਹਦੀ ਫ੍ਰੀਕੁਐਂਸੀ ਕਿੰਨੀ ਹੈ? ਆਵਾਜ਼ ਦੀ ਜਿਹੜੀ ਫ੍ਰੀਕੁਐਂਸੀ ਹੈਗੀ ਆ 20 ਹਰਟਜ਼ ਤੋਂ ਲੈ ਕੇ 20 ਕਿਲੋ ਹਰਟਜ਼ ਤੱਕ, 20,000 ਤੱਕ ਫ੍ਰੀਕੁਐਂਸੀ ਕੀ ਹੋ ਗਈ? ਆ ਜਿਹੜੇ ਹੋ ਗਏ ਆ ਕੰਪਨ, 1 2 3 4, ਇਸ ਤਰ੍ਹਾਂ ਹੀ ਆਪਾਂ ਗਿਣਦੇ ਜਾਈਏ। 1 ਸਕਿੰਟ ਦੇ ਵਿੱਚ ਇਹ ਕਿੰਨੇ ਕੰਪਨ ਪੈਦਾ ਕਰਦੀ? ਜਦੋਂ ਤਰੰਗ ਸਿੱਧੀ ਦੂਰੀ ਤੈਅ ਕਰਦੀ ਆ ਕੋਈ ਵੀ, 1 ਸਕਿੰਟ ਦੇ ਵਿੱਚ ਉਹ ਕਿੰਨੇ ਵਾਰ ਕੰਬਦੀ ਹੈ, ਕਿੰਨੇ ਵਾਰ ਕੰਪਨ ਪੈਦਾ ਕਰਦੀ ਹੈ, ਇਹਨੂੰ ਕਿਹਾ ਜਾਂਦਾ ਫ੍ਰੀਕੁਐਂਸੀ। ਜਿਵੇਂ ਕਿ ਘਰਾਂ 'ਚ ਚੱਲਣ ਵਾਲੀ ਬਿਜਲੀ, ਉਹਦੀ ਫ੍ਰੀਕੁਐਂਸੀ ਕੀ ਹੈਗੀ ਆ? 50। 1 ਸਕਿੰਟ ਦੇ ਵਿੱਚ ਜਿਹੜੀ ਆਪਾਂ ਨੂੰ ਘਰਾਂ 'ਚ ਚੱਲਦੀ ਬਿਜਲੀ, ਉਹਨੂੰ ਅੱਗੇ ਆਪਾਂ ਤੁਹਾਨੂੰ ਡਿਟੇਲ 'ਚ ਦੱਸਾਂਗੇ ਵੀ 50 ਸਾਈਕਲ ਦਾ ਮਤਲਬ ਕੀ ਹੈ, 50 ਫ੍ਰੀਕੁਐਂਸੀ ਕਿਵੇਂ ਹੁੰਦੀ ਹੈ। ਜਿਹੜੀ ਹੈ 20 ਹਰਟਜ਼ ਤੋਂ ਲੈ ਕੇ 20 ਕਿਲੋ ਹਰਟਜ਼ ਤੱਕ ਦੀ ਜਿਹੜੀ ਫ੍ਰੀਕੁਐਂਸੀ ਆਵਾਜ਼ ਦੀ ਫ੍ਰੀਕੁਐਂਸੀ ਹੈ। ਮਤਲਬ ਕਿ ਕਿਸੇ ਚੀਜ਼ ਦੇ ਵਿੱਚ, ਕਿਸੇ ਵਸਤੂ ਦੇ ਵਿੱਚ, ਕਿਸੇ ਇੰਸਟਰੂਮੈਂਟ ਦੇ ਵਿੱਚ ਜੇ 20 ਤੋਂ ਘੱਟ ਵਾਰ ਕੰਬਣੀ ਪੈਦਾ ਹੁੰਦੀ ਹੈ ਤਾਂ ਉਹ ਆਵਾਜ਼ ਨਹੀਂ ਪੈਦਾ ਕਰ ਸਕਦਾ। ਠੀਕ ਹੈ। ਜੇ ਜਿਹੜੀ ਲੋ ਫ੍ਰੀਕੁਐਂਸੀ ਹੁੰਦੀ ਆ, ਉਹ ਭਾਰੀ ਆਵਾਜ਼ ਦੇ ਵਿੱਚ ਲੋ ਫ੍ਰੀਕੁਐਂਸੀ ਹੁੰਦੀ ਹੈ। ਜਿਵੇਂ ਕਿ ਢੋਲ ਹੋਇਆ, ਇਹ ਲੋ ਫ੍ਰੀਕੁਐਂਸੀ ਪੈਦਾ ਕਰਦੇ ਆ। ਘੁੰਗਰੂ ਹੋਏ, ਝਣਕਾਰ ਹੋਈ ਜਾਂ ਘੰਟੀ ਹੋਈ ਮੰਦਰ ਦੀ, ਇਹ ਹੈਗੇ ਆ ਹਾਈ ਫ੍ਰੀਕੁਐਂਸੀ। ਜਿਹੜੇ ਇਹਦੇ ਕੰਪਨ ਦੀ ਦਰ ਆ, ਜਿਵੇਂ ਕਿ ਜਦੋਂ ਆਪਾਂ ਘੰਟੀ ਖੜਕਾਵਾਂਗੇ, ਉਹ 1 ਸਕਿੰਟ ਦੇ ਵਿੱਚ ਜਿਹੜੀ ਉਹਦਾ ਲੋਹਾ ਹੋਊਗਾ, ਜਿਹਦੇ ਤੋਂ ਚੀਜ਼ ਮਟੀਰੀਅਲ ਤੋਂ ਬਣੀ ਹੋਊਗੀ, ਉਹਦੇ 'ਚ ਕੰਬਣੀ ਪੈਦਾ ਹੋਊਗੀ 1 ਸਕਿੰਟ ਦੇ ਵਿੱਚ, ਬਹੁਤ ਵਧੀ। ਲੇਕਿਨ ਜਿਹੜਾ ਢੋਲ ਹੋਊਗਾ, ਉਹੀ ਉਹਦੇ ਮੁਕਾਬਲੇ ਵਿੱਚ ਉਹਦੇ 'ਚ 1 ਸਕਿੰਟ ਦੇ ਵਿੱਚ ਉਹਦੇ 'ਚ ਜਿਹੜੀਆਂ ਕੰਬਣੀਆਂ ਦੀ ਗਿਣਤੀ ਆ, ਕੰਪਨ ਦੀ ਗਿਣਤੀ ਘੱਟ ਪੈਦਾ ਹੋਊਗੀ, ਉਹਦੀ ਫ੍ਰੀਕੁਐਂਸੀ ਘੱਟ ਆ। ਹੁਣ 1 ਸਕਿੰਟ ਦੇ ਵਿੱਚ ਜੇ ਕੋਈ ਚੀਜ਼ 20 ਵਾਰੀ ਤੋਂ ਘੱਟ ਕੰਬਣੀ ਪੈਦਾ ਕਰ ਰਹੀ ਆ ਤਾਂ ਉਹ ਆਵਾਜ਼ ਨਹੀਂ ਪੈਦਾ ਕਰ ਸਕਦੀ। ਅਗਰ ਕੋਈ ਚੀਜ਼ 1 ਸਕਿੰਟ ਦੇ ਵਿੱਚ 20,000 ਤੋਂ ਵੱਧ ਕੰਬਣੀ ਪੈਦਾ ਕਰ ਰਹੀ ਆ ਤਾਂ ਉਹਨੂੰ ਆਪਣੇ ਕੰਨ ਆ ਜਿਹੜੇ ਸੁਣ ਨਹੀਂ ਸਕਦੇ। ਆਪਣੇ ਕੰਨਾਂ ਦੀ ਇੰਨੀ ਸ਼ਕਤੀ ਹੈ ਨਹੀਂ ਵੀ 20 ਕਿਲੋ ਹਰਟਜ਼ ਤੋਂ ਉੱਪਰ ਦੀ ਆਵਾਜ਼ ਹੈ ਜਿਹੜੀ ਸੁਣ ਸਕਣ। ਠੀਕ ਹੈ। ਇਹ ਹੋ ਗਈ ਤੁਹਾਨੂੰ ਫ੍ਰੀਕੁਐਂਸੀ। ਹੁਣ ਦੁਬਾਰਾ ਫਿਰ ਮੈਂ ਤੁਹਾਨੂੰ ਇੱਕ ਵਾਰੀ ਸਮਝਾ ਦਿਆਂ ਵੀ ਆਹ ਜਿਹੜੀਆਂ ਕੰਪਨ ਪੈਦਾ ਹੋ ਰਹੀ ਆ 1 ਸਕਿੰਟ ਦੇ ਵਿੱਚ, ਇਹ ਜਿੰਨੀ ਵਾਰੀ ਕੰਬਣੀ ਪੈਦਾ ਹੋ ਰਹੀ ਆ ਕਿਸੇ ਵੀ ਕੰਨ ਦੇ ਵਿੱਚ,
ਉਹਨੂੰ ਉਹਦੀ ਫ੍ਰੀਕੁਐਂਸੀ ਕਿਹਾ ਜਾਂਦਾ। ਇਹਨੂੰ ਹਰਟਜ਼ ਦੇ ਵਿੱਚ ਮਾਪਦੇ, ਹਰਟਜ਼ ਦੇ ਵਿੱਚ ਲਿਖਿਆ ਜਾਂਦਾ। 50 ਹਰਟਜ਼ ਜਾਂ 20 ਕਿਲੋ ਹਰਟਜ਼ ਜਾਂ ਜਿੰਨੀ ਵੀ ਫ੍ਰੀਕੁਐਂਸੀ ਹੋਊਗੀ ਘਰਾਂ ਵਿੱਚ ਚੱਲਣ ਵਾਲੀ ਬਿਜਲੀ ਦੀ ਫ੍ਰੀਕੁਐਂਸੀ ਜਿਹੜੀ ਹੈਗੀ ਆ 50 ਹਰਟਜ਼ ਆ ਇੰਡੀਆ ਦੇ ਵਿੱਚ। ਉਸ ਤੋਂ ਅੱਗੇ ਸੀਗਾ ਐਂਪਲੀਟਿਊਡ। ਇਹ ਜਦੋਂ ਤਰੰਗ ਕੋਈ ਵੀ ਹੈਗੀ ਆ, ਇਹ ਆਪਣੇ ਵਿੱਚ ਕੰਪਨ ਪੈਦਾ ਹੁੰਦੇ ਆ, ਉਹ ਇੱਕ ਪਾਸੇ ਕਿੰਨੀ ਕੁ ਦੂਰੀ ਤੈਅ ਕਰਦੀ ਹੈ, ਉਹਨੂੰ ਉਹਦਾ ਕੀ ਕਿਹਾ ਜਾਂਦਾ, ਐਂਪਲੀਟਿਊਡ। ਆਹ ਚੀਜ਼ 0 ਤੋਂ ਲੈ ਕੇ ਇਹਦਾ ਹੈਗਾ ਐਂਪਲੀਟਿਊਡ। ਐਂਪਲੀਟਿਊਡ ਤੋਂ ਅੱਗੇ ਇੱਕ ਤਰੰਗ ਜਿੰਨੀ ਸਿੱਧੀ ਦੂਰੀ ਤੈਅ ਕਰਦੀ ਆ ਇਹਦੇ ਤੋਂ ਲੈ ਕੇ ਇਹਦੇ ਤੱਕ, ਉਹਨੂੰ ਕੀ ਕਿਹਾ ਜਾਂਦਾ, ਵੇਵਲੈਂਥ। ਵੇਵਲੈਂਥ ਕਿੰਨੀ ਲੰਮੀ ਹੈ, ਠੀਕ ਹੈ। ਜਿਹੜੇ ਪਹਿਲਾਂ ਘਰਾਂ 'ਚ ਆਪਣੇ ਐਂਟੀਨੇ ਆਉਂਦੇ ਸੀਗੇ, ਘੁਮਾਉਣ ਵਾਲੇ ਚੈਨਲ ਚੱਲਦੇ ਸੀਗੇ, 12 ਚੈਨਲ ਵਾਲਾ ਟਿਊਨਰ ਹੁੰਦਾ ਸੀਗਾ। ਜਿਨ੍ਹਾਂ ਨੇ ਦੇਖਿਆ ਹੋਣਾ ਪਹਿਲਾਂ ਜਾਂ ਪੁਰਾਣੇ ਲੋਕ ਜਾਣਦੇ ਹੋਣੇ, ਦਿੱਲੀ ਦੇ ਵਿੱਚ ਵੱਡੇ ਵੱਡੇ ਐਂਟੀਨੇ ਹੁੰਦੇ ਸੀ ਅਤੇ ਆਪਣੇ ਇੱਥੇ ਛੋਟੇ ਐਂਟੀਨੇ ਹੁੰਦੇ ਸੀ। ਉਹ ਵੇਵਲੈਂਥ ਜਿੰਨੀ ਵਧੀ ਜਾਊਗੀ ਐਂਟੀਨਾ ਕੀ ਹੋਊਗਾ, ਉਸ ਹਿਸਾਬ ਨਾਲ ਐਂਟੀਨਾ ਬਣਾਇਆ ਜਾਂਦਾ ਵੀ ਜਿਹੜੀ ਕੋਈ ਤੁਹਾਡੇ ਕੋਲ ਤਰੰਗ ਆ ਰਹੀ ਹੈ ਉਹ ਤਰੰਗ ਕਿੰਨੀ ਲੰਬਾਈ ਦੀ ਹੈ। ਆਪਣਾ ਐਂਟੀਨਾ ਹੈਗਾ, ਜੇ ਆਪਣੀ ਤਰੰਗ ਦਾ ਆਕਾਰ ਹੀ ਐਡਾ ਵੱਡਾ, ਆਪਣਾ ਐਂਟੀਨਾ ਛੋਟਾ, ਜਿੰਨੇ ਸਿਗਨਲ ਆ ਰਹੇ ਆ ਇਹ ਆਪਣੇ ਐਂਟੀਨੇ ਤੇ ਟਕਰਾਉਣੇ ਨਹੀਂ, ਬਾਹਰ ਨਿਕਲ ਜਾਣਗੇ ਖਾਲੀ। ਇਸ ਹਿਸਾਬ ਨਾਲ ਜਿੰਨੀ ਕਿਸੇ ਤਰੰਗ ਦੀ ਵੇਵਲੈਂਥ ਆ, ਫ੍ਰੀਕੁਐਂਸੀ ਦੇ ਨਾਲ ਹੀ ਵੇਵਲੈਂਥ ਵੱਧ ਘੱਟ ਹੁੰਦੀ ਹੈ, ਠੀਕ ਹੈ। ਜੇ ਜਿੰਨੀ ਵੇਵਲੈਂਥ ਹੋਊਗੀ ਉਸੇ ਦੇ ਹਿਸਾਬ ਨਾਲ ਹੀ ਐਂਟੀਨੇ ਡਿਜ਼ਾਈਨ ਕੀਤੇ ਜਾਂਦੇ ਆ। ਜਿਵੇਂ ਸੀ ਬੈਂਡ ਵਾਲੀਆਂ ਡਿਸ਼ਾਂ, ਉਹ ਵੱਡੀਆਂ ਵੱਡੀਆਂ ਡਿਸ਼ਾਂ ਹੈਗੀਆਂ। KU ਬੈਂਡ ਵਾਲੀਆਂ ਡਿਸ਼ਾਂ ਹੁਣ ਜਿਹੜੀਆਂ ਘਰਾਂ 'ਚ DTH ਚੱਲਦੀਆਂ, ਇਹਨਾਂ ਦੀ ਫ੍ਰੀਕੁਐਂਸੀ ਹਾਈ ਹੈ, ਇਹਨਾਂ ਦੇ ਐਂਟੀਨੇ ਛੋਟੇ ਆ। ਜਿਸ ਤਰ੍ਹਾਂ ਵੀ ਫ੍ਰੀਕੁਐਂਸੀ ਵੱਧਦੀ ਘਟਦੀ ਹੈ ਤਾਂ ਉਹਦੀ ਕੀ ਹੈ, ਵੇਵਲੈਂਥ ਵੱਧਦੀ ਘਟਦੀ। ਵੇਵਲੈਂਥ ਵਧੂ ਘਟੂ ਤਾਂ ਆਪਾਂ ਨੂੰ ਐਂਟੀਨੇ ਵੱਡੇ ਛੋਟੇ ਲਾਉਣੇ ਪੈਣਗੇ। ਹੁਣ ਆਪਾਂ ਅੱਗੇ ਜ਼ਿਕਰ ਕਰਦੇ ਹਾਂ AC ਤੇ DC ਕੀ ਹੁੰਦੀ ਹੈ। AC ਤੇ DC ਆਮ ਜ਼ਿਕਰ ਆਪਣੀਆਂ ਗੱਲਾਂ ਤੇ ਰੋਜ਼ ਹੀ ਹੁੰਦਾ ਰਹਿੰਦਾ। ਘਰਾਂ 'ਚ ਚੱਲਣ ਵਾਲੀ ਬਿਜਲੀ ਹੈ ਜਿਹੜੀ 220 ਵੋਲਟ AC ਦੀ ਹੈ, ਪਰ ਡਿਟੇਲ ਦੇ ਵਿੱਚ ਤੁਹਾਨੂੰ 220 ਵੋਲਟ AC ਦਾ ਕੀ ਮਤਲਬ ਆ ਤੇ DC ਕੀ ਹੁੰਦੀ ਹੈ, ਇਹਦੇ ਵਿੱਚ ਜੇ ਤੁਹਾਨੂੰ ਪਤਾ ਹੋਊਗਾ ਤਾਂ ਇਨਵਰਟਰ AC ਬਾਰੇ ਸਮਝਣਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ। DC ਕੀ ਹੈ, ਦਾ ਮਤਲਬ ਹੈ ਡਾਇਰੈਕਟ ਕਰੰਟ। ਡਾਇਰੈਕਟ ਕਰੰਟ, ਡਾਇਰੈਕਟ ਕਰੰਟ ਜਿਵੇਂ ਟਰੈਕਟਰ ਵਾਲੀ ਬੈਟਰੀ ਹੈਗੀ ਹੈ 12 ਵੋਲਟ, ਦੋਸਤੋ ਸੈੱਲ ਆਪਾਂ ਟਾਰਚ 'ਚ ਪਾਉਣੇ ਆ, ਮੋਬਾਈਲ ਦੀ ਬੈਟਰੀ ਆਪਾਂ ਵਰਤਦੇ ਹਾਂ, ਟਰੈਕਟਰ 'ਚ ਬੈਟਰੀ ਆ, ਉਹਨੂੰ ਕੀ ਕਿਹਾ ਜਾਂਦਾ, ਜਿਹੜੀ ਉਹ ਤੋਂ ਆਪਾਂ ਨੂੰ ਵੋਲਟੇਜ ਮਿਲਦੀ ਆ ਉਹਨੂੰ ਕਹਿੰਦੇ DC, ਡਾਇਰੈਕਟ ਕਰੰਟ। ਇੱਧਰ ਆਪਾਂ ਜੇ ਆਪਾਂ ਲੋਡ ਜੋੜਤਾ, ਕੋਈ ਇੱਧਰ ਬੱਲਬ ਲਾਤਾ, ਇੱਧਰ ਪੋਜ਼ਿਟਿਵ ਟਰਮੀਨਲ ਆ, ਇੱਧਰ ਨੈਗੇਟਿਵ ਟਰਮੀਨਲ ਆ, ਤਾਂ ਇਹ ਜਿਹੜਾ ਕਿ ਬੱਲਬ ਆ ਇਹਨੂੰ ਹਮੇਸ਼ਾ ਬੈਟਰੀ ਭਾਵੇਂ ਡਾਊਨ ਹੋ ਜੇ, ਖਤਮ ਹੋ ਜੇ, ਇਹਦੇ ਜਿਹੜੇ ਧਰੁਵ ਆ ਜਿਹੜੇ ਹਮੇਸ਼ਾ ਪੋਜ਼ਿਟਿਵ ਵਾਲਾ ਪਾਸਾ ਜਿਹੜਾ ਪੋਜ਼ਿਟਿਵ ਕਰੰਟ ਹੀ ਕੱਢਦਾ ਰਹੂਗਾ ਤੇ ਜਿਹੜਾ ਨੈਗੇਟਿਵ ਵਾਲਾ ਪਾਸਾ ਆਪਾਂ ਨੂੰ ਨੈਗੇਟਿਵ ਕਰੰਟ ਹੀ ਦਿੰਦਾ ਰਹੂਗਾ। ਹਮੇਸ਼ਾ ਪੋਜ਼ਿਟਿਵ ਵਾਲੇ ਪਾਸੋਂ ਪੋਜ਼ਿਟਿਵ ਵੋਲਟ ਮਿਲਦੀ ਰਹੂਗੀ ਤੇ ਨੈਗੇਟਿਵ ਵਾਲੇ ਪਾਸੋਂ ਨੈਗੇਟਿਵ ਵੋਲਟ ਮਿਲੂਗੀ ਜਿੰਨਾ ਤੱਕ ਬੈਟਰੀ ਦੀ ਲਾਈਫ ਹੈਗੀ ਆ। ਇਹ ਜਿਹੜੇ ਧਰੁਵ ਆ ਇਹ ਚੇਂਜ ਨਹੀਂ ਹੁੰਦੇ ਕਦੀ ਵੀ, ਆਪਾਂ ਨੂੰ ਹਮੇਸ਼ਾ ਪੋਜ਼ਿਟਿਵ ਤੋਂ ਪੋਜ਼ਿਟਿਵ ਤੇ ਨੈਗੇਟਿਵ ਤੋਂ ਨੈਗੇਟਿਵ ਵੋਲਟੇਜ ਮਿਲਦੀ ਰਹਿਣੀ ਹੈ, ਇਹ ਕਦੇ ਚੇਂਜ ਨਹੀਂ ਹੁੰਦੀ। ਤਾਂ ਇਹਨੂੰ ਕਹਿੰਦੇ ਵੀ ਡਾਇਰੈਕਟ ਕਰੰਟ ਦੇ ਨਾਂ ਨਾਲ ਇਹਨੂੰ ਜਾਣਿਆ ਗਿਆ ਹੈ। ਉਸ ਤੋਂ ਅੱਗੇ ਆਪਾਂ ਜ਼ਿਕਰ ਕਰਦੇ ਹਾਂ AC। AC ਕੀ ਆ, ਅਲਟਰਨੇਟਿੰਗ ਕਰੰਟ। ਅਲਟਰ ਮੈਨੇ ਹੁੰਦਾ ਬਦਲਣ ਵਾਲਾ ਕਰੰਟ। ਹੁਣ ਅੱਧੇ ਇਹ ਕਹਿਣਗੇ ਵੀ ਬਦਲਣਾ ਤਾਂ ਕਦੇ ਹੈ ਨਹੀਂ, ਆਪਾਂ ਤਾਂ ਬਦਲਦਾ ਕਦੇ ਵੇਖਿਆ ਨਹੀਂ, ਤੁਹਾਡੀਆਂ ਅੱਖਾਂ ਨਹੀਂ ਦੇ ਸਕਦੀਆਂ, ਆਪਾਂ ਸਮਝਾਉਣੇ ਵੀ ਬਦਲਣ ਵਾਲਾ ਕਰੰਟ ਇਹਨੂੰ ਕਿਉਂ ਕਿਹਾ ਗਿਆ, ਅਲਟਰਨੇਟਿੰਗ ਕਰੰਟ।
ਐਲਟਰ ਮੈਨ ਹੁੰਦਾ ਬਦਲਣਾ ਵਾਲਾ ਕਰੰਟ ਕਿਵੇਂ ਆ। ਏਸੀ ਨੂੰ ਜੇ ਆਪਾਂ ਦਰਸਾਉਣਾ ਹੋਵੇ ਗ੍ਰਾਫ ਰਾਹੀਂ ਆਪਾਂ ਕੀ ਕਰਦੇ ਆ, ਇਸ ਤਰ੍ਹਾਂ ਦਰਸਾਉਂਦੇ ਆ ਏਸੀ ਨੂੰ। ਇਸ ਚੀਜ਼ ਦਾ ਪਤਾ ਬਹੁਤਿਆਂ ਨੂੰ ਹੋਊਗਾ, ਕਿਤਾਬਾਂ 'ਚ ਪੜ੍ਹੇ ਆ ਬਥੇਰੇ, ਪਰ ਇਕੱਲੇ ਇਸ ਤਰ੍ਹਾਂ ਵਾਹ ਕੇ ਦੇਣ ਨਾਲ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਰੰਟ ਕਿਵੇਂ ਬਦਲਦਾ, ਵੀ ਕੀ ਮਤਲਬ ਇਹਦਾ। ਇਕੱਲਾ ਅੱਜ ਆਪਾਂ ਆਹ ਵਾਹ ਦਈਏ ਇਹਦਾ ਮਤਲਬ ਨਹੀਂ ਆਪਾਂ ਨੂੰ ਸਮਝ ਆਉਣਾ ਵੀ ਆਹ ਦੱਸਦਾ ਵੀ ਆਹ ਏਸੀ ਹੋ ਗਈ ਤੇ ਆਹ ਡੀਸੀ ਹੋ ਗਈ। ਏਸੀ ਦੇ ਵਿੱਚ ਕੀ ਹੁੰਦਾ, ਫੇਸ ਤੇ ਨਿਊਟਰਲ। ਇਹਨੂੰ ਆਪਾਂ ਪੋਜ਼ਿਟਿਵ ਨਿਊਟਰਲ ਨਹੀਂ ਕਹਿੰਦੇਗੇ, ਇਹ ਫੇਸ ਨਿਊਟਰਲ ਹੁੰਦੇ ਆ। ਦੋ ਤਾਰਾਂ ਹੁੰਦੀਆਂ, ਇੱਕ ਆਹ ਤਾਰ ਲਾ ਲਓ, ਇੱਕ ਆਹ ਤਾਰ ਲਾ ਲਓ, ਠੀਕ ਆ। ਇਹ ਕਰੰਟ ਬਦਲਦਾ ਕਿਵੇਂ ਆ, ਇਹਨੂੰ ਅਲਟਰਨੇਟਿੰਗ ਕਰੰਟ ਕਿਉਂ ਕਿਹਾ ਜਾਂਦਾ। ਆਹ ਇੱਕ ਤਾਰ ਆ, ਮੰਨ ਲਓ ਇਸ ਤਾਰ ਤੇ ਇਸ ਵੇਲੇ ਇਹ ਕੀ ਹੈ, ਇੱਕ ਨਾਲੇ ਤੁਹਾਨੂੰ ਦੱਸ ਦਈਏ ਵੀ ਵਾਧਾ ਘਟਦਾ ਕਰੰਟ। ਇਹ ਕਿਉਂ ਦਰਸਾਇਆ ਗਿਆ, ਤਾਰ ਦੇ ਵਿੱਚ ਕਰੰਟ ਜਿਹੜਾ ਤੁਹਾਨੂੰ ਦਿਸ ਰਿਹਾ ਉਹ ਲਗਾਤਾਰ ਡੀਸੀ ਕਰੰਟ ਨੂੰ ਲਗਾਤਾਰ ਨਹੀਂ ਆ ਰਿਹਾ, ਉਹ ਵੱਧ ਘਟ ਕੇ ਆ ਰਿਹਾ, ਬੰਦ ਹੋ ਕੇ ਆ ਰਿਹਾ। ਉਹ ਬੰਦ ਹੋ ਕੇ ਕਿਵੇਂ ਚੱਲਦਾ, ਤਾਰ ਦੇ ਵਿੱਚ ਪਹਿਲਾਂ ਇੱਥੇ ਜ਼ੀਰੋ ਕਰੰਟ ਹੁੰਦਾ, ਬੰਦ ਹੁੰਦਾ, ਕੋਈ ਨਹੀਂ ਵੋਲਟੇਜ ਹੁੰਦੀ ਤਾਰ ਦੇ ਵਿੱਚ। ਹੌਲੀ 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 ਤਾਰ ਦੇ ਵਿੱਚ ਵੋਲਟੇਜ ਆ ਜਾਂਦੀ ਹੈ, ਜਿੰਨੀ ਵੱਧ ਤੋਂ ਵੱਧ ਆਉਣੀ ਹੈ ਉੱਥੇ ਆ ਕੇ ਉਸ ਤੋਂ ਬਾਅਦ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ, ਘਟਣੀ ਸ਼ੁਰੂ ਹੋ ਜਾਂਦੀ ਹੈ, ਇੱਥੇ ਆ ਕੇ ਬੰਦ ਹੋ ਜਾਂਦੀ, ਜ਼ੀਰੋ ਹੋ ਜਾਂਦੀ ਵੋਲਟੇਜ। ਮੰਨ ਲਓ ਇਸ ਵੇਲੇ ਕੀ ਇਸ ਪਾਸੇ ਪੋਜ਼ਿਟਿਵ ਕਰੰਟ, ਪੋਜ਼ਿਟਿਵ ਵੋਲਟ ਇੱਧਰ, ਪੋਜ਼ਿਟਿਵ ਵੋਲਟ ਜਦੋਂ ਇੱਕ ਤਾਰ ਤੇ ਇੱਧਰ ਸ਼ੁਰੂ ਹੋਈ ਹੌਲੀ ਹੌਲੀ ਇਹ ਆਪਣੀ ਆਪ ਵੱਧ ਕੇ ਇੱਥੇ ਚਲੀ ਗਈ, ਇੱਥੇ ਆ ਗਈ, ਇੱਥੇ ਕੀ ਹੋ ਜੂਗੀ, ਇਹ ਬੰਦ। ਪਰ ਇਹਦੀ ਸਪੀਡ ਇੰਨੀ ਆ ਆਪਾਂ ਦੇਖ ਹੀ ਨਹੀਂ ਸਕਦੇ ਵੀ ਕਦੋਂ ਬੰਦ ਹੋ ਗਈ ਕਦੋਂ ਚੱਲ ਪਈ। 1 ਸਕਿੰਟ ਦੇ ਵਿੱਚ ਇਹ ਕੰਮ 50 ਵਾਰੀ ਹੁੰਦਾ। 16 ਵਾਰੀ ਤੋਂ ਬਾਅਦ 16 ਤੋਂ ਵੱਧ ਜੇ ਕੋਈ 1 ਸਕਿੰਟ ਦੇ ਵਿੱਚ ਕੰਮ ਹੋ ਰਿਹਾ, ਕਿਸੇ ਚੀਜ਼ ਦੀ ਸਪੀਡ 16 ਵਾਰੀ ਤੋਂ ਵੱਧ ਆ, ਤਾਂ ਆਪਣੀਆਂ ਅੱਖਾਂ ਉਹਨੂੰ ਦੇਖ ਨਹੀਂ ਸਕਦੀਆਂ ਗੀਆਂ। ਤਾਂ ਹੀ ਤਾਂ ਸਿਨੇਮੇ 'ਚ ਜਿਹੜੀ ਫਿਲਮ ਚੱਲਦੀ ਹੁੰਦੀ ਉਹਦੀ ਸਪੀਡ 16 ਤੋਂ ਵੱਧ ਹੁੰਦੀ ਆ, ਆਪਣੀਆਂ ਅੱਖਾਂ ਨੂੰ ਜੱਜਮੈਂਟ ਹੀ ਨਹੀਂ ਕਰ ਸਕਦੀਆਂ ਪਿਕਚਰ ਰੁਕੀ ਹੋਈ ਆ ਕਿ ਚੱਲ ਰਹੀ ਹੈ। ਹੁਣ ਮਾੜਾ ਜਿਹਾ ਫਿਰ ਧਿਆਨ ਨਾਲ ਦੇਖੋ, ਇੱਥੇ ਆਪਾਂ ਮੰਨ ਕੇ ਚੱਲਣਾ ਇਸ ਤਾਰ ਤੇ ਪੋਜ਼ਿਟਿਵ ਕਰੰਟ, ਪੋਜ਼ਿਟਿਵ ਵੋਲਟ ਆ। ਜਦੋਂ ਪੋਜ਼ਿਟਿਵ ਵੋਲਟ ਇੱਥੋਂ ਆ ਗਈ, ਇੱਥੇ ਆ ਕੇ ਕੀ ਹੋ ਗਈ, ਇਹ ਬੰਦ ਹੋ ਗਈ, ਜ਼ੀਰੋ ਹੋ ਗਈ। ਜਦੋਂ ਇਸ ਇੱਥੇ ਪੋਜ਼ਿਟਿਵ ਵੋਲਟ ਆ, ਉਸੇ ਵੇਲੇ ਦੂਜੀ ਤਾਰ ਤੇ ਕੀ ਹੋਊਗਾ, ਤਾਂ ਦੂਜੀ ਤਾਰ ਆ, ਦੋਨਾਂ ਤੇ ਜ਼ੀਰੋ ਤੋਂ ਸ਼ੁਰੂ ਹੋਣੀ ਵੋਲਟੇਜ ਐਟ ਏ ਟਾਈਮ। ਜਦੋਂ ਇੱਥੇ ਬੰਦ ਆ ਤਾਂ ਇਸ ਤਾਰ ਤੇ ਵੀ ਵੋਲਟੇਜ ਬੰਦ ਆ, ਬਿਲਕੁਲ ਜ਼ੀਰੋ ਆ। ਕੋਈ ਤਾਰਾਂ ਦੇ ਵਿੱਚ ਵੋਲਟੇਜ ਜਾਂ ਕਰੰਟ ਨਹੀਂ ਤੁਹਾਨੂੰ ਮਿਲੂਗਾ। ਜਦੋਂ ਇੱਥੇ ਜ਼ੀਰੋ ਹੋਊਗੀ ਇੱਥੇ ਵੀ ਜ਼ੀਰੋ ਹੀ ਹੋਊਗੀ। ਜਦੋਂ ਇੱਥੇ ਜ਼ੀਰੋ ਤੋਂ ਹੋ ਕੇ ਪੋਜ਼ਿਟਿਵ ਵੋਲਟ ਆਉਂਦੀ ਹੈ ਤਾਰ ਦੇ ਵਿੱਚ, ਉਸੇ ਵੇਲੇ ਹੀ ਆ ਜਿਹੜੀ ਮੰਨ ਲਓ ਨਿਊਟਰਲ ਤਾਰ ਆ, ਇੱਥੇ ਨੈਗੇਟਿਵ ਵੋਲਟ ਆਉਂਦੀ ਹੈ। ਜ਼ੀਰੋ ਤੋਂ ਹੋ ਕੇ ਨੈਗੇਟਿਵ ਵੋਲਟ, ਇੱਥੇ ਜ਼ੀਰੋ ਤੋਂ ਨੈਗੇਟਿਵ ਵੋਲਟ ਵੱਧਦੀ ਜਾਊਗੀ ਵੱਧਦੀ ਜਾਊਗੀ, ਜਿਵੇਂ ਪੋਜ਼ਿਟਿਵ ਵੋਲਟ ਵੱਧਦੀ, ਇੱਥੇ ਆ ਕੇ ਕੀ ਹੋ ਜੂਗੀ, ਬੰਦ। ਇਹਨੂੰ ਕੀ ਹੈਗੇ, ਜ਼ੀਰੋ ਹੋ ਜੂਗੀ, ਇੱਥੇ ਨੈਗੇਟਿਵ ਤੋਂ ਹੋ ਕੇ ਜ਼ੀਰੋ ਹੋ ਜੂਗੀ। ਫਿਰ ਕੀ ਹੋਊਗਾ, ਇੱਥੇ ਪੋਜ਼ਿਟਿਵ ਵੋਲਟ ਵਧੀ ਗਈ ਸੀ, ਇੱਥੇ ਆ ਕੇ ਕੀ ਹੋ ਗਈ, ਜ਼ੀਰੋ ਤੋਂ। ਜਦੋਂ ਇੱਥੇ ਜ਼ੀਰੋ ਹੋ ਗਈ, ਜ਼ੀਰੋ ਤੋਂ ਬਾਅਦ ਕੀ ਹੋਣਾ, ਇਸੇ ਤਾਰ ਤੇ ਕੀ ਆ ਜਾਣੀ ਹੈ, ਪਹਿਲਾਂ ਪੋਜ਼ਿਟਿਵ ਵੋਲਟ ਸੀਗੀ, ਫਿਰ ਇੱਥੇ ਆ ਜੂਗੀ ਨੈਗੇਟਿਵ ਵੋਲਟ, ਫਿਰ ਨੈਗੇਟਿਵ ਵੋਲਟ ਵਧਣੀ ਸ਼ੁਰੂ ਹੋ ਜੂਗੀ। ਫਿਰ ਨੈਗੇਟਿਵ ਵੋਲਟ ਵੱਧ ਕੇ ਕੀ ਆ ਜੂਗੀ, ਇੱਥੇ ਆ ਜੂਗੀ, ਇੱਥੇ ਆ ਕੇ ਜ਼ੀਰੋ ਹੋ ਜੂਗੀ। ਹੁਣ ਪਹਿਲਾਂ ਇਸ ਤਾਰ ਤੇ ਪੋਜ਼ਿਟਿਵ ਵੋਲਟ ਚੱਲ ਰਹੀ ਸੀ, ਦੇਖੋ ਉਸੇ ਵੇਲੇ ਇਸ ਤਾਰ ਤੇ ਕੀ ਸੀ, ਨੈਗੇਟਿਵ ਵੋਲਟ। ਹੁਣ ਜਦੋਂ ਇਸ ਪਾਸੇ ਫੇਸ ਵਾਲੇ ਪਾਸੇ ਨੈਗੇਟਿਵ ਆ ਗਈ, ਠੀਕ ਹੈ, ਇੱਥੇ ਨੈਗੇਟਿਵ ਵੋਲਟ ਆ ਗਈ, ਆਹ ਉਦੋਂ ਕੀ ਹੋਊਗਾ, ਇੱਥੇ ਦੂਜਾ ਸਾਈਕਲ ਉਦੋਂ ਹੀ ਇਹਦਾ ਸ਼ੁਰੂ ਹੋ ਜਾਊਗਾ। ਇੱਥੇ ਪੋਜ਼ਿਟਿਵ ਵੋਲਟ, ਇੱਥੇ ਪੋਜ਼ਿਟਿਵ ਵੋਲਟ ਸ਼ੁਰੂ ਹੋ ਜੂਗੀ,
ਜਦੋਂ ਇੱਥੇ ਨੈਗੇਟਿਵ ਆ ਇੱਥੇ ਪੋਜ਼ਿਟਿਵ ਵੋਲਟ ਸ਼ੁਰੂ ਹੋ ਜੂ। ਇੱਥੇ ਜਦੋਂ ਪੋਜ਼ਿਟਿਵ ਵੋਲਟ ਵਧਣੀ ਸ਼ੁਰੂ ਹੋ ਜੂਗੀ ਇੱਥੇ ਨੈਗੇਟਿਵ ਵੱਧ ਰਹੀ ਆ, ਤੇ ਇੱਥੇ ਕੀ ਹੋ ਜੂਗੀ ਜਦੋਂ ਇਸ ਸਮੇਂ ਚੈੱਕ ਕਰਾਂਗੇ ਆਪਾਂ, ਇੱਥੇ ਆਪਾਂ ਨੂੰ ਹਾਈ ਵੋਲਟੇਜ ਮਿਲੂਗੀ ਫੁੱਲ, ਜਿੰਨੀ ਵੱਧ ਤੋਂ ਵੱਧ ਪਿੱਛੋਂ ਸਪਲਾਈ ਆ ਰਹੀ ਹੈ ਇਸ ਵੇਲੇ ਇੱਥੇ ਫੁੱਲ ਵੋਲਟੇਜ ਹੋ ਜੂਗੀ। ਫਿਰ ਇਸ ਤਾਰ ਤੇ ਵੀ ਇਹ ਪੋਜ਼ਿਟਿਵ ਵੋਲਟ ਘਟਣੀ ਸ਼ੁਰੂ ਹੋ ਜੂਗੀ, ਘਟ ਕੇ ਜ਼ੀਰੋ ਹੋ ਜੂਗੀ। ਇਸ ਤਾਰ ਤੇ ਵੀ ਘਟਣੀ ਸ਼ੁਰੂ ਹੋ ਜੂਗੀ, ਇੱਥੇ ਵੀ ਜ਼ੀਰੋ ਹੋ ਜੂਗੀ। ਠੀਕ ਹੈ, ਜਦੋਂ ਇੱਥੇ ਜ਼ੀਰੋ ਹੋ ਗਈ ਫਿਰ ਇੱਧਰ ਕੀ ਸੀ, ਪਹਿਲਾਂ ਪੋਜ਼ਿਟਿਵ ਸੀ ਫਿਰ ਨੈਗੇਟਿਵ ਹੋ ਗਈ, ਇੱਧਰ ਪਹਿਲਾਂ ਨੈਗੇਟਿਵ ਸੀ ਫਿਰ ਪੋਜ਼ਿਟਿਵ ਹੋ ਗਈ। ਹੁਣ ਦੁਬਾਰਾ ਫਿਰ ਕੀ ਇੱਧਰ ਨੈਗੇਟਿਵ ਚੱਲ ਰਹੀ ਸੀ, ਇੱਧਰ ਫਿਰ ਪੋਜ਼ਿਟਿਵ ਸਿਗਨਲ ਸ਼ੁਰੂ ਹੋ ਜਾਊਗਾ, ਫਿਰ ਇੱਥੋਂ ਵੋਲਟੇਜ ਵਧਣੀ ਸ਼ੁਰੂ ਹੋ ਜੂਗੀ, ਫਿਰ ਕੀ ਹੋ ਜਾਊਗਾ ਪੋਜ਼ਿਟਿਵ। ਜਦੋਂ ਇੱਥੇ ਪੋਜ਼ਿਟਿਵ ਆ ਗਈ ਉਸੇ ਵੇਲੇ ਕੀ ਹੋ ਜਾਊਗਾ, ਇੱਥੇ ਨੈਗੇਟਿਵ ਸ਼ੁਰੂ ਹੋ ਜੂਗੀ, ਨੈਗੇਟਿਵ ਵੋਲਟ ਵਧਣੀ ਸ਼ੁਰੂ ਹੋ ਜੂਗੀ। ਆਪਾਂ ਨੂੰ ਇਹ ਮਹਿਸੂਸ ਨਹੀਂ ਕਰ ਸਕਦੇ, ਆਪਾਂ ਮੀਟਰਾਂ ਨਾਲ ਹੀ ਚੈੱਕ ਕਰ ਸਕਦੇ ਹਾਂ। ਠੀਕ ਹੈ, ਆਪਣੇ ਕੋਲ ਕੋਈ ਇੰਸਟਰੂਮੈਂਟ ਨਹੀਂ ਗਾ। ਹਾਂ, ਬਲਬ ਨੂੰ ਦੇਖਾਂਗੇ, ਜਿਹੜਾ ਆਪਾਂ ਬਲਬ ਜਗਦਾ ਲਾਤਾ 100 ਵਾਟ ਦਾ 50 ਵਾਟ ਦਾ ਜਾਂ, ਉਹ ਬਲਬ ਤੁਹਾਨੂੰ 1 ਸਕਿੰਟ ਦੇ ਵਿੱਚ 50 ਵਾਰੀ ਜਗਦਾ ਬੁਝਦਾ। ਉਹ ਆਪਾਂ ਨੂੰ ਕਿਉਂ ਨਹੀਂ ਜਗਦਾ ਬੁਝਦਾ, ਕਿਉਂਕਿ ਬੁਝਣ ਤੋਂ ਬਾਅਦ ਉਹਦੀ ਸਪੀਡ ਹੀ ਇੰਨੀ ਹੈ, ਆਪਾਂ ਨੂੰ ਉਹ ਲਗਾਤਾਰ ਹੀ ਜਗਦਾ ਮਹਿਸੂਸ ਹੁੰਦਾ। ਤਾਂ ਕਰਕੇ ਹੁਣ ਲਗਭਗ ਬਹੁਤਿਆਂ ਨੂੰ ਇਹ ਸਮਝ ਆ ਗਿਆ ਵੀ ਬਿਜਲੀ ਦੀ ਫ੍ਰੀਕੁਐਂਸੀ ਕੀ ਚੀਜ਼ ਹੈ। ਇਹ ਕੀ ਚੀਜ਼ 1 ਸਕਿੰਟ ਦੇ ਵਿੱਚ, ਹੁਣ ਦੁਬਾਰਾ ਫਿਰ ਸਮਝੋ, ਪਹਿਲਾਂ ਪੋਜ਼ਿਟਿਵ ਆ ਗਈ ਫਿਰ ਨੈਗੇਟਿਵ ਆ ਗਈ ਇਸੇ ਤਾਰ ਤੇ, ਜਿਹੜਾ ਫੇਸ ਸੀਗਾ ਮੰਨ ਲਓ, ਫੇਸ ਤੇ ਪਹਿਲਾਂ ਪੋਜ਼ਿਟਿਵ ਵੋਲਟ ਆ ਗਈ ਫਿਰ ਨੈਗੇਟਿਵ ਆ ਗਈ ਫਿਰ ਪੋਜ਼ਿਟਿਵ ਆ ਗਈ ਫਿਰ ਨੈਗੇਟਿਵ ਆ ਗਈ। ਠੀਕ ਆ, ਫੇਸ ਤੇ 1 ਸਕਿੰਟ ਦੇ ਵਿੱਚ 50 ਵਾਰ, ਇੱਕ ਤਾਰ ਤੇ 50 ਵਾਰੀ ਇੱਧਰ ਪੋਜ਼ਿਟਿਵ ਵੋਲਟ ਹੋ ਜਾਂਦੀ ਆ, ਫਿਰ 50 ਵਾਰੀ ਨੈਗੇਟਿਵ ਹੋ ਜਾਂਦੀ। ਜਦੋਂ ਇੱਧਰ ਪੋਜ਼ਿਟਿਵ ਹੁੰਦੀ ਆ ਦੂਜੇ ਨਿਊਟਰਲ ਵਾਲੀ ਤਾਰ ਤੇ ਨੈਗੇਟਿਵ ਹੁੰਦੀ ਹੈ, ਜਦੋਂ ਇੱਧਰ ਨੈਗੇਟਿਵ ਹੁੰਦੀ ਆ ਜਿਹੜਾ ਆਪਣਾ ਫੇਸ ਆ ਤੇ ਦੂਜੇ ਪਾਸੇ ਪੋਜ਼ਿਟਿਵ ਹੁੰਦੀ ਹੈ। 1 ਸਕਿੰਟ ਦੇ ਵਿੱਚ ਤਾਂ ਇਹਨੂੰ ਬਦਲਵਾ ਕਰੰਟ ਕਹਿੰਦੇ ਆ। ਐਲਟ ਦਾ ਮਤਲਬ ਬਦਲਣ ਵਾਲਾ, ਵੀ ਤਾਰਾਂ ਆਪਸ ਵਿੱਚ ਚੇਂਜ ਹੋਈ ਜਾਂਦੀਆਂ, ਤਾਰਾਂ ਨਹੀਂ ਚੇਂਜ ਹੁੰਦੀਆਂ। ਦਰਅਸਲ ਜਿਹੜੀ ਤਾਰਾਂ ਦੀ ਵੋਲਟ ਆ ਉਹ ਚੇਂਜ ਹੋਈ ਜਾਂਦੀ, ਜਿੱਧਰ ਪੋਜ਼ਿਟਿਵ ਉੱਧਰ ਨੈਗੇਟਿਵ ਆ, ਜਿੱਧਰ ਨੈਗੇਟਿਵ ਆ ਉੱਧਰ ਪੋਜ਼ਿਟਿਵ ਆ। ਇਹ ਹੋ ਗਈ ਇਹਦੀ ਫ੍ਰੀਕੁਐਂਸੀ। 1 ਸਕਿੰਟ ਦੇ ਵਿੱਚ ਇਹ ਕੀ ਆ 50 ਵਾਰੀ ਜਿਹੜੀ ਇਹ ਆਪਣੇ ਘਰਾਂ 'ਚ ਜਿਹੜੀ ਚੱਲਣ ਵਾਲੀ ਬਿਜਲੀ ਆ 50 ਵਾਰੀ ਇਹ ਚੇਂਜ ਹੁੰਦੀ ਹੈ। ਇਹ ਹੋ ਗਈ ਏਸੀ। ਏਸੀ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ। ਹੁਣ ਅੱਗੇ ਆਪਾਂ ਚੱਲਦੇ ਹਾਂ ਕਨਵਰਟਰ। ਏਸੀ ਦੇ ਵਿੱਚ ਕੀ ਹੈ, ਏਸੀ ਨੂੰ ਕਨਵਰਟ ਕੀਤਾ ਜਾਂਦਾ ਡੀਸੀ ਦੇ ਵਿੱਚ। ਇਹ ਜਿਹੜੀ ਏਸੀ ਤੋਂ ਡੀਸੀ ਦੇ ਵਿੱਚ ਬ੍ਰਿਜ ਰੈਕਟੀਫਾਇਰ ਲਾ ਕੇ ਡੀਸੀ ਦੇ ਵਿੱਚ ਕਨਵਰਟ ਕੀਤਾ ਜਾਂਦਾ। ਇਹ ਥੋੜਾ ਜਿਹਾ ਇਹਦੀ ਡਿਟੇਲ ਲੰਮੀ ਹੋ ਜੂਗੀ, ਇਹਦੇ ਬਾਰੇ ਇਕੱਲੇ ਟੌਪਿਕ ਤੇ ਜ਼ਿਕਰ ਕਰਾਂਗੇ ਵੀ ਰੈਕਟੀਫਾਇਰ ਕੀ ਹੁੰਦਾ ਆਉਣ ਵਾਲੀ ਵੀਡੀਓ ਦੇ ਵਿੱਚ। ਡਾਇਡ ਕੀ ਹੁੰਦਾ, ਟ੍ਰਾਂਜਿਸਟਰ ਕੀ ਹੁੰਦਾ, ਇਕੱਲੇ ਡਾਇਡ ਬਾਰੇ ਇੱਕ ਵੀਡੀਓ ਬਣਾਵਾਂਗੇ ਵੀ ਡਾਇਡ ਏਸੀ ਤੋਂ ਡੀਸੀ, ਏਸੀ ਵੋਲਟੇਜ ਨੂੰ ਡੀਸੀ ਦੇ ਵਿੱਚ ਕਿਵੇਂ ਕਨਵਰਟ ਕੀਤਾ ਜਾਂਦਾ, ਡਾਇਡ ਇਹਨੂੰ ਕਿਉਂ ਕਹਿੰਦੇ ਆ। ਠੀਕ ਆ, ਡਾਇਡ ਤੋਂ ਭਾਵ ਆ ਵਿਗਿਆਨ ਦੇ ਵਿੱਚ ਮੋਨੋ ਨੂੰ 1 ਕਹਿੰਦੇ ਆ, ਡਾਈ ਨੂੰ 2, ਟਰਾਈ ਨੂੰ 3, ਟੈਟਰਾ ਨੂੰ 4, ਪੈਂਟਾ ਨੂੰ 5, ਹੈਕਸਾ ਨੂੰ 6। ਇਸ ਤਰ੍ਹਾਂ ਡਾਇਓਡ ਇਹਨੂੰ ਤਾਂ ਕਹਿੰਦੇ ਆ, ਡਾਈ ਦਾ ਮਤਲਬ ਡਾਈ ਤੇ ਓਡ, ਡਾਈ ਦਾ ਮਤਲਬ ਇਹਦੇ 'ਚ 2 ਜੰਕਸ਼ਨ ਆ, 2 ਸਿਰੇ ਆ। ਠੀਕ ਆ, ਤਾਂ ਇਹਦਾ ਨਾਂ ਡਾਇਓਡ ਰੱਖਿਆ। ਆਪਾਂ ਇਹਦੇ ਵਿੱਚ ਹੁਣ ਡਿਟੇਲ ਦੇ ਵਿੱਚ ਨਹੀਂ ਜਾਂਦੇਗੇ। ਇੱਕ ਬ੍ਰਿਜ ਰੈਕਟੀਫਾਇਰ ਲਾ ਕੇ ਜਿਹੜਾ ਆਪਾਂ ਨੂੰ ਏਸੀ ਨੂੰ ਡੀਸੀ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ। ਠੀਕ ਆ, ਇੱਕ ਸਟੇਜ ਇਹਦੇ ਵਿੱਚ ਹੀ ਬਣਾਈ ਹੁੰਦੀ ਜਿਹੜੀ ਏਸੀ ਦੀ ਪੀਸੀਬੀ ਆ, ਏਸੀ ਨੂੰ ਡੀਸੀ ਦੇ ਵਿੱਚ ਕਨਵਰਟ ਕਰਤਾ। ਇਸ ਤੋਂ ਅੱਗੇ ਇੱਕ ਫਿਲਟਰ ਸਰਕਟ ਲੱਗਿਆ ਹੁੰਦਾ, ਕਪੈਸਿਟਰ ਲਾ ਕੇ ਇਹਨੂੰ ਕੀ ਕੀਤਾ ਜਾਂਦਾ,
ਜਿਹੜੇ ਡਾਇਟ ਤੋਂ ਆਪਾਂ ਡੀਸੀ ਪ੍ਰਾਪਤ ਕਰਦੇ ਹਾਂ ਉਹਦੇ 'ਚ ਰਿਪਲ ਹੁੰਦੇ ਆ, ਖਾਲੀ ਥਾਵਾਂ ਹੁੰਦੀਆਂ, ਪਿਓਰ ਡੀਸੀ ਨਹੀਂ ਹੁੰਦੀ ਗੀ। ਕਪੈਸਿਟਰ ਲਾ ਕੇ ਫਿਲਟਰ ਸਰਕਟ ਲਾ ਕੇ ਉਹਨੂੰ ਪਿਓਰ ਡੀਸੀ ਬਣਾਈ ਜਾਂਦੀ ਹੈ, ਸ਼ੁੱਧ ਡੀਸੀ। ਸ਼ੁੱਧ ਡੀਸੀ ਤੋਂ ਅੱਗੇ ਸਟੇਜ ਆਉਂਦੀ ਆ ਓਸੀਲੇਟਰ ਸਟੇਜ। ਓਸੀਲੇਟਰ ਸਟੇਜ, ਓਸੀਲੇਟਰ ਸਟੇਜ ਕੀ ਹੁੰਦੀ ਹੈ? ਓਸੀਲੇਸ਼ਨ ਕੀ ਹੁੰਦੀ ਹੈ? ਓਸੀਲੇਟਰ ਸਟੇਜ ਕਿਸੇ ਵੀ ਇਲੈਕਟ੍ਰੋਨਿਕਸ ਜਿਹੜਾ ਡਿਵਾਈਸ ਆ ਉਹਦੀ ਓਸੀਲੇਟਰ ਸਟੇਜ ਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ। ਡੀਸੀ ਮਾਧਿਅਮ ਰਾਹੀਂ ਬਿਨਾਂ ਕੋਈ ਇਨਪੁਟ ਦਿੱਤਿਆਂ ਜਿਹੜਾ ਓਸੀਲੇਟਰ ਸਰਕਟ ਆ ਉਹਦੇ ਤੋਂ ਆਪਾਂ ਮਨਚਾਹੀ ਫ੍ਰੀਕੁਐਂਸੀ ਪ੍ਰਾਪਤ ਕਰ ਸਕਦੇ ਹਾਂ। ਡੀਸੀ ਮਾਧਿਅਮ ਰਾਹੀਂ ਡੀਸੀ ਵੋਲਟੇਜ ਦੇ ਕੇ, ਸਪਲਾਈ ਦੇ ਕੇ, ਬਿਨਾਂ ਕੋਈ ਇਨਪੁਟ ਦਿੱਤਿਆਂ ਮਨਚਾਹੀ ਫ੍ਰੀਕੁਐਂਸੀ ਆਪਾਂ ਜਿੱਥੋਂ ਪ੍ਰਾਪਤ ਕਰ ਲਈਏ ਉਹਨੂੰ ਕੀ ਕਹਿੰਦਾ? ਓਸੀਲੇਟਰ ਸਟੇਜ। ਉਹਨੂੰ ਕੀ ਕਹਿੰਦਾ? ਓਸੀਲੇਟਰ ਸਟੇਜ। ਇਹਦੀ ਪੀਸੀਬੀ ਦੇ ਵਿੱਚ ਕੀ ਹੁੰਦੀ ਹੈ? ਇੱਕ ਓਸੀਲੇਟਰ ਸਟੇਜ ਹੁੰਦੀ ਆ ਜਿਹਦੇ 'ਚ ਆਪਾਂ ਇੱਕ ਫ੍ਰੀਕੁਐਂਸੀ ਆਪਾਂ ਨੂੰ ਮਿਲੀ ਸੀ ਏਸੀ ਦੇ ਵਿੱਚ ਸੀ 50 ਸਾਈਕਲ ਦੀ ਫ੍ਰੀਕੁਐਂਸੀ। CS ਸਾਈਕਲ ਦੇ ਨਾਲ ਜਾਂ HZ ਦੇ ਨਾਲ ਵੀ ਆਪਾਂ ਦਰਸਾ ਸਕਦੇ ਹਾਂ, ਇੱਕੋ ਹੀ ਮਤਲਬ ਹੈ। ਜਿਹੜੀ 50 ਸਾਈਕਲ ਦੀ ਫ੍ਰੀਕੁਐਂਸੀ ਮਿਲੀ ਸੀ ਉਹਨੂੰ ਆਪਾਂ ਕੀ ਕਰਤਾ ਸੀਗਾ? ਡਾਇਡ ਕਪੈਸਿਟਰ ਲਾ ਕੇ ਡੀਸੀ 'ਚ ਬਦਲਤਾ ਸੀ ਪਿਓਰ। ਉਹ ਦੁਬਾਰਾ ਉਸੇ ਡੀਸੀ ਤੋਂ ਫਿਰ ਆਪਾਂ ਇੱਕ ਨਵੀਂ ਫ੍ਰੀਕੁਐਂਸੀ ਤਿਆਰ ਕਰਦੇ ਆ ਸਰਕਟ ਦੇ ਹਿਸਾਬ ਨਾਲ। ਇਹਦੀ ਫ੍ਰੀਕੁਐਂਸੀ ਕੀ ਹੈ? ਬਦਲਦੀ ਰਹਿੰਦੀ ਹੈ, ਇਕਸਾਰ ਨਹੀਂ ਰਹਿੰਦੀ ਗੀ, ਲਗਾਤਾਰ। ਤੁਹਾਨੂੰ ਥੋੜਾ ਪਿੱਛੇ ਵੀ ਜ਼ਿਕਰ ਕੀਤਾ ਸੀ, ਜੇ ਇੱਕ ਏਸੀ ਦੀ ਮੋਟਰ ਆ, ਮੰਨ ਲਓ ਮੋਟਰ ਆ, ਇਹਨੂੰ ਏਸੀ ਮਿਲ ਰਹੀ ਆ 50 ਸਾਈਕਲ ਦੀ, ਠੀਕ ਆ। ਜੇ 50 ਦੀ ਥਾਂ ਤੇ ਆਪਾਂ ਇਹਨੂੰ 60 ਕਰ ਦਿਆਂਗੇ ਤਾਂ ਇਹਦੇ ਕੀ ਆ? RPM ਵੱਧ ਜਾਣਗੇ। ਭਾਵੇਂ ਆਪਣੀ ਘਰਾਂ 'ਚ ਚੱਲਣ ਵਾਲੀ ਮੋਟਰ ਆ, ਠੀਕ ਆ, ਉਹਨੂੰ ਆਪਾਂ 50 ਦੀ ਜਗ੍ਹਾ 60 RPM ਦੇਵਾਂਗੇ ਹਰਤੀ ਦੀ ਏਸੀ, ਤਾਂ ਉਹਦੇ ਕੀ ਆ? RPM ਵੱਧ ਜਾਣਗੇ। ਇਸੇ ਫ੍ਰੀਕੁਐਂਸੀ ਨੂੰ ਵਧਾ ਘਟਾ ਕੇ ਇਹਦੇ ਵਿੱਚ ਕੀ ਆ? RPM ਕੰਪਰੈਸ਼ਰ ਦੇ ਵੱਧ ਘੱਟ ਕੀਤੇ ਜਾਂਦੇ ਆ। ਓਸੀਲੇਟਰ ਸਟੇਜ 'ਚ ਜਦੋਂ ਫ੍ਰੀਕੁਐਂਸੀ ਕੋਈ ਪੈਦਾ ਹੁੰਦੀ, ਉਦੋਂ ਅੱਗੇ ਕੀ ਹੈਗੀ ਆ? VFD ਸਟੇਜ। ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਆ? ਤਾਲਮੇਲ ਆ। ਓਸੀਲੇਟਰ ਸਟੇਜ ਦਾ ਤੇ VFD ਸਟੇਜ ਦਾ। VFD ਕੀ ਹੈ? ਵੈਰੀਏਬਲ ਫ੍ਰੀਕੁਐਂਸੀ ਡਰਾਈਵਰ। ਵੈਰੀਏਬਲ ਦਾ ਮਤਲਬ ਕੀ ਹੁੰਦਾ? ਜਿਹੜੀ ਇਕਸਾਰ ਨਾ ਹੋਵੇ, ਵੱਧ ਘੱਟ ਰਹੀ ਹੋਵੇ, ਉਹਨੂੰ ਕੀ ਕਹਿੰਦਾ? ਵੈਰੀਏਬਲ ਫ੍ਰੀਕੁਐਂਸੀ। ਜਿਹੜੀ ਓਸੀਲੇਟਰ ਸਟੇਜ ਨੇ ਫ੍ਰੀਕੁਐਂਸੀ ਪੈਦਾ ਕੀਤੀ VFD ਸਟੇਜ ਰਾਹੀਂ, ਉਹਨੂੰ ਆਪਾਂ ਕੀ ਆ? ਵੈਰੀਏਬਲ ਫ੍ਰੀਕੁਐਂਸੀ ਡਰਾਈਵਰ ਸਟੇਜ ਆ। ਉਹਨੂੰ ਆਪਾਂ ਵੈਰੀਏਬਲ ਕਰਤਾ, ਵਧਣ ਘਟਣ ਲਾਤਾ। ਉਹ ਵਧਣ ਘਟਣ ਲਾਤਾ ਜਿਹੜੀ ਫ੍ਰੀਕੁਐਂਸੀ ਆ ਉਹ ਕੀ ਅੱਗੇ ਦਿੱਤੀ ਜਾਂਦੀ ਹੈ? ਇੱਕ ਹੋਰ ਸਟੇਜ ਹੈ ਆਊਟਪੁੱਟ ਸਟੇਜ। ਆਊਟਪੁੱਟ ਸਟੇਜ ਦੇ ਵਿੱਚ ਕੀ ਲੱਗੇ ਹੁੰਦੇ ਆ? IGBT ਟ੍ਰਾਂਜਿਸਟਰ ਹੁੰਦੇ ਇੱਕ। ਆਮ ਹੀ ਆਪਾਂ ਪਹਿਲਾਂ ਟੀਵੀਆਂ ਦੇ ਵਿੱਚ ਵਰਤਦੇ ਸੀ, BJU 208, BJU 508। ਇਹ ਥੋੜ੍ਹੇ ਜਿਹੇ ਜ਼ਿਆਦਾ ਪਾਵਰ ਵਾਲੇ ਆ, ਮੋਸਫੈਟ 'ਚ ਆ ਜਾਂਦੇ। ਇੰਸੂਲੇਟਡ ਗੇਟ ਬਾਈਪੋਲਰ ਟ੍ਰਾਂਜਿਸਟਰ IGBT ਲੱਗੇ ਹੁੰਦੇ ਆ ਵੱਡੇ ਵੱਡੇ PCB ਦੇ ਵਿੱਚ। ਜਦੋਂ ਬਿਜਲੀ ਵੱਧ ਘੱਟ ਆ ਜਾਏ ਜਾਂ ਕੋਈ ਫਾਲਟ ਪੈ ਜਾਏ, ਇਹ ਸੜ ਜਾਂਦੇ। ਉਹ ਜਿਹੜੀ VFD ਸਟੇਜ ਕੀ ਆ? VFD ਸਟੇਜ ਆ ਜਿਹੜੀ, ਉਹ ਅੱਗੇ ਕੀ ਦਿੰਦੀ ਹੈ? ਸਪਲਾਈ IGBT ਨੂੰ। ਜਿਹੜੇ IGBT ਐਂਡ ਵਾਲੀ ਸਟੇਜ ਤੇ ਲੱਗੇ ਹੁੰਦੇ ਆ, IGBT ਤੋਂ ਜਿਹੜੀਆਂ ਵਾਇਰਾਂ ਨਿਕਲਦੀਆਂ ਉਹ ਜਾਂਦੀਆਂ ਕੰਪਰੈਸ਼ਰ ਨੂੰ। ਕੰਪਰੈਸ਼ਰ ਹੁਣ ਅੱਗੇ VFD ਸਟੇਜ ਕਿਵੇਂ ਕੰਮ ਕਰਦੀ ਹੈ? ਕੰਪਰੈਸ਼ਰ ਦੇ ਜਦੋਂ ਇਨਵਰਟਰ AC ਦੇ ਆਪਾਂ ਸਮਝ ਲਿਆ ਵੀ ਜਦੋਂ ਇਹਦੇ RPM ਆਪਾਂ ਚੱਕਰ ਵਧਾਉਂਦੇ ਆ ਤਾਂ ਗੈਸ ਜ਼ਿਆਦਾ ਫਲੋ ਹੁੰਦੀ ਆ, ਰੈਫਰੀਜਰੈਂਟ ਜ਼ਿਆਦਾ ਫਲੋ ਹੁੰਦਾ। ਰੈਫਰੀਜਰੈਂਟ ਜ਼ਿਆਦਾ ਜਾਊਗਾ ਇਨਡੋਰ ਦੇ ਵਿੱਚ ਤਾਂ ਕੂਲਿੰਗ ਵਧੂਗੀ। ਅਗਰ ਰੈਫਰੀਜਰੈਂਟ ਗੈਸ ਹੀ ਨਾ ਜਾਊਗੀ ਤਾਂ ਕੂਲਿੰਗ ਘਟੂਗੀ। VFD ਸਟੇਜ ਕਿਵੇਂ ਇਹਨੂੰ ਕੰਟਰੋਲ ਕਰਦੀ ਆ RPM ਨੂੰ? ਆਪਾਂ ਕੰਪਰੈਸ਼ਰ ਲਾਤਾ, ਕੰਪਰੈਸ਼ਰ ਹੋ ਗਿਆ, ਕੰਪਰੈਸ਼ਰ ਨੂੰ ਆਹ ਸਪਲਾਈ ਦੇਤੀ।
ਹੁਣ ਇੱਥੇ VFD ਸਟੇਜ ਦੇ ਵਿੱਚ ਲੱਗੇ ਹੋਏ ਆਪਾਂ ਬਾਹਰ ਸੈਂਸਰ ਲਾਏ ਆ। ਸੈਂਸਰ ਆਊਟਡੋਰ ਯੂਨਿਟ ਤੇ ਵੀ ਹੁੰਦੇ ਆ, ਇਨਡੋਰ ਯੂਨਿਟ ਤੇ ਵੀ ਸੈਂਸਰ ਹੁੰਦੇ ਆ। ਸੈਂਸਰ ਕੀ ਆ? ਇੱਕ ਰਜਿਸਟੈਂਸ ਆ ਫਿਕਸ ਵੈਲਿਊ ਦੀ। ਅਗਰ ਜਦੋਂ ਉਹ ਤਾਪ ਦੀ ਹੋਂਦ ਦੇ ਵਿੱਚ ਆਉਂਦੀਆਂ, ਜਦੋਂ ਆਪਾਂ ਟੈਂਪਰੇਚਰ ਵੱਧਦਾ ਘਟਦਾ, ਉਹ ਜਿਹੜੇ ਸੈਂਸਰ ਆ ਉਹਦੀ ਰਜਿਸਟੈਂਸ ਵੱਧ ਘਟ ਜਾਂਦੀ ਹੈ, ਉਹ ਵੱਧ ਘੱਟ ਵੋਲਟੇਜ ਦਿੰਦੇ ਆ। ਇੱਥੇ ਸੈਂਸਰ ਲੱਗੇ ਆ, ਮੰਨ ਲਓ ਬਾਹਰ ਗਰਮੀ ਵੱਧ ਗਈ, ਆਪਾਂ 10 ਵਜੇ AC ਚਲਾਇਆ, ਉਦੋਂ ਗਰਮੀ ਘੱਟ ਸੀਗੀ, 2-3 ਵੱਜ ਗਏ ਗਰਮੀ ਵੱਧ ਗਈ। ਇੱਥੇ ਗਰਮੀ ਵੱਧ ਗਈ, ਜਿੰਨੀ ਕੂਲਿੰਗ AC ਪਹਿਲਾਂ ਦੇ ਰਿਹਾ ਸੀ ਉਨੀ ਕੂਲਿੰਗ ਨੂੰ ਆਪਾਂ ਨੂੰ ਸਫੀਸ਼ੈਂਟ ਨਹੀਂ ਗੀ, ਕਮਰਾ ਠੰਡਾ ਨਹੀਂ ਹੋ ਰਿਹਾ। ਜਦੋਂ ਗਰਮੀ ਵਧੂਗੀ ਸੈਂਸਰ ਉਹ ਟੈਂਪਰੇਚਰ ਸੈਂਸ ਕਰਨਗੇ, ਉਹ ਕੀ ਅੱਗੇ ਸਰਕਟ ਲੱਗੇ ਹੁੰਦੇ ਹੋਰ, ਉਹ VFD ਸਟੇਜ ਦੇ ਵਿੱਚ ਜਾਂਦਾ। ਜਦੋਂ ਇਹ ਸੈਂਸਰਾਂ ਨੂੰ ਗਰਮੀ ਲੱਗੀ ਜਾਂ ਟੈਂਪਰੇਚਰ ਵਧਿਆ, ਹੌਟ ਹੋ ਗਏ, ਤਾਂ ਇੱਥੇ ਕੀ ਹੈ ਵੋਲਟੇਜ ਵੱਧ ਘੱਟ ਦੇਣਗੇ। ਇੱਥੇ ਜਿੰਨੀ ਅੱਗੇ ਕਨਸਟੈਂਟ ਵੋਲਟੇਜ ਦੇ ਰਹੇ ਆ, ਜਿਹੜੇ ਟੈਂਪਰੇਚਰ ਤੇ ਕੰਮ ਕਰ ਰਹੇ ਆ, ਇਹਦੇ 'ਚ ਡਿਫਰੈਂਸ ਆ ਜਾਊਗਾ। ਠੀਕ ਹੈ ਨਾ? ਉਹ ਅੱਗੇ ਸਰਕਟ ਦੇ ਵਿੱਚ ਡਿਜ਼ਾਈਨ ਕਰਨ ਵਾਲੇ ਦਾ ਹਿਸਾਬ ਆ ਕਿ ਵੋਲਟੇਜ ਵਧਾ ਕੇ ਕੰਮ ਲੈਣਾ ਕਿ ਘਟਾ ਕੇ ਕੰਮ ਲੈਣਾ। ਜਦੋਂ ਸੈਂਸਰਾਂ ਨੂੰ ਗਰਮੀ ਮਿਲੀ, ਵੋਲਟੇਜ ਵੱਧ ਘੱਟ ਹੋਊਗੀ, ਉਹ ਕੀ ਕਰਨਗੇ? VFD ਸਟੇਜ ਕੀ ਕਰੂਗੀ? ਕੰਪਰੈਸ਼ਰ ਦੇ ਚੱਕਰ ਆ ਜਿਹੜੇ ਵੱਧ ਘੱਟ ਕਰੂਗੀ। ਕੰਪਰੈਸ਼ਰ ਦੇ ਜਿਹੜੇ RPM ਆ ਉਹ ਵੱਧ ਘੱਟ ਹੋਣ ਦੇ ਨਾਲ ਕੀ ਆ, ਕੂਲਿੰਗ ਵੱਧ ਘੱਟ ਹੋਊਗੀ। ਉਸ ਪਾਸੇ ਇੱਕ ਇਨਡੋਰ ਤੇ ਆਪਾਂ ਸੈਂਸਰ ਲੱਗੇ ਹੁੰਦੇ ਆ। ਇਨਡੋਰ ਤੇ ਸੈਂਸਰ ਮੰਨ ਲਓ ਪਹਿਲਾਂ 26 ਤੇ ਚੱਲ ਰਿਹਾ ਸੀ, ਆਪਾਂ ਉਹਨੂੰ ਘਟਾ ਕੇ 20 ਤੇ ਕਰ ਦਿੰਦੇ ਆ। ਇਨਡੋਰ ਦੇ ਸੈਂਸਰ ਨੇ ਸੈਂਸ ਕੀਤਾ, VFD ਸਟੇਜ ਨੂੰ ਉਹ ਵੀ ਸਿਗਨਲ ਦਊਗਾ। VFD ਸਟੇਜ ਨੂੰ ਸਿਗਨਲ ਜਾਣਗੇ ਤਾਂ ਕਿ ਇਹ ਕੰਪਰੈਸ਼ਰ ਦੇ ਚੱਕਰ ਵੱਧ ਘੱਟ ਕਰਕੇ ਆਪਾਂ ਨੂੰ ਜਿੰਨੀ ਕੂਲਿੰਗ ਹੈ ਉਨੀ ਐਡਜਸਟ ਕਰਕੇ ਦਊਗੀ। ਹੁਣ ਆਪਾਂ ਥੋੜਾ ਜਿਹਾ ਜ਼ਿਕਰ ਕਰਦੇ ਆ ਵੀ ਵੇਵਲੈਂਥ ਵਧਣ ਘਟਣ ਦੇ ਨਾਲ ਕਿਸੇ ਚੀਜ਼ ਦੇ ਚੱਕਰ ਕਿਵੇਂ ਵੱਧਦੇ ਘਟਦੇ ਆ, ਜਾਂ ਫ੍ਰੀਕੁਐਂਸੀ ਵਧਣ ਦੇ ਨਾਲ ਚੱਕਰ ਕਿਵੇਂ ਵੱਧਦੇ ਘਟਦੇ ਆ। ਫ੍ਰੀਕੁਐਂਸੀ ਵੀ ਲਗਭਗ ਓਸੀਲੇਟਰ ਜਿਹੜਾ ਸਰਕਟ ਆ, ਇਹ 2 ਤਰ੍ਹਾਂ ਦੀ ਫ੍ਰੀਕੁਐਂਸੀ ਪੈਦਾ ਕਰਦਾ। ਇੱਕ ਹਾਰਮੋਨਿਕ, ਇੱਕ ਰਿਲੈਕਸੇਸ਼ਨ। ਹਾਰਮੋਨਿਕ ਓਸੀਲੇਟਰ ਕੀ ਹੁੰਦਾ? ਜਿਹੜੀ ਘਰਾਂ ਵਿੱਚ ਚੱਲਣ ਵਾਲੀ ਬਿਜਲੀ ਹੈ ਉਹਦੇ ਵਰਗੀ ਜਿਹੜਾ ਓਸੀਲੇਟਰ ਬਿਜਲੀ ਬਣਾਉਂਦਾ, ਉਹਦੇ ਨਾਲ ਦੀ ਫ੍ਰੀਕੁਐਂਸੀ ਪੈਦਾ ਕਰਦਾ, ਉਹਨੂੰ ਕੀ ਕਿਹਾ ਜਾਂਦਾ? ਹਾਰਮੋਨਿਕ ਓਸੀਲੇਟਰ। ਜਿਵੇਂ ਘਰਾਂ 'ਚ ਚੱਲਣ ਵਾਲੇ ਇਨਵਰਟਰ 2 ਤਰ੍ਹਾਂ ਦੇ ਹੁੰਦੇ ਆ, ਡਿਜੀਟਲ ਤੇ ਸਾਈਨ ਵੇਵ। ਸਾਈਨ ਵੇਵ ਕੀ ਹੁੰਦੀ ਹੈ? ਜਿਹੜੀ ਘਰਾਂ ਵਿੱਚ ਚੱਲਣ ਵਾਲੀ ਬਿਜਲੀ ਆ ਉਹਨੂੰ ਕੀ ਕਹਿੰਦੇ? ਸਾਈਨ ਵੇਵ ਆ। ਜਿਹੜੇ ਡਿਜੀਟਲ ਇਨਵਰਟਰ ਹੁੰਦੇ ਆ, ਜਿਹੜਾ ਰਿਲੈਕਸੇਸ਼ਨ ਓਸੀਲੇਟਰ ਹੁੰਦਾ, ਉਹ ਕੀ ਕਹਿੰਦਾ? ਹਾਰਮੋਨਿਕ ਤੋਂ ਬਿਲਕੁਲ ਵੱਖਰੀ ਤਰ੍ਹਾਂ ਦੀ ਫ੍ਰੀਕੁਐਂਸੀ ਬਣਾਉਂਦਾ, ਉਹਨੂੰ ਕੀ ਕਿਹਾ ਜਾਂਦਾ? ਰਿਲੈਕਸੇਸ਼ਨ ਓਸੀਲੇਟਰ। ਕਈ ਇਨਵਰਟਰ ਕੀ ਬਣਾਉਂਦੇ ਆ? ਸਕੇਅਰ ਵੇਵ ਪਲਸ ਬਣਾਉਂਦੇ ਆ। ਤੁਸੀਂ ਆਮ ਹੀ ਨੋਟ ਕੀਤਾ ਹੋਣਾ ਵੀ ਕਈ ਪੱਖੇ ਆ ਜਿਹੜੇ ਘਰੇ ਆਪਾਂ ਚਲਾਉਣੇ ਆ, ਜਦੋਂ ਬਿਜਲੀ ਚਲੀ ਜਾਂਦੀ ਆ ਆਵਾਜ਼ ਨਹੀਂ ਕਰਦੇ ਇਨਵਰਟਰ ਤੇ ਕਈ ਪੱਖੇ ਜਿਹੜੇ ਆਵਾਜ਼ ਕਰਨ ਲੱਗ ਜਾਂਦੇ ਆ ਜਦੋਂ ਬਿਜਲੀ ਚਲੀ ਜਾਂਦੀ। ਉਹ ਕਿਉਂ ਕਰਦੇ ਆ? ਇਨਵਰਟਰ 2 ਤਰ੍ਹਾਂ ਦੇ, ਜਿਹੜੇ ਡਿਜੀਟਲ ਇਨਵਰਟਰ, ਜਿਹੜੇ ਰਿਲੈਕਸੇਸ਼ਨ ਓਸੀਲੇਟਰ ਆ ਜਿਨ੍ਹਾਂ ਦੇ ਵਿੱਚ ਉਹ ਇਸ ਤਰ੍ਹਾਂ ਦੀ ਫ੍ਰੀਕੁਐਂਸੀ ਬਣਾਉਂਦੇ ਆ, ਘਰ ਵਾਲੀ ਫ੍ਰੀਕੁਐਂਸੀ ਤੋਂ ਬਿਲਕੁਲ ਵੱਖਰੀ ਬਿਜਲੀ ਤੋਂ। ਇਹ ਕੀ ਹੁੰਦੀ ਹੈ ਜਿਹੜੀ ਰਿਲੈਕਸੇਸ਼ਨ ਓਸੀਲੇਟਰ? ਇਹ ਜਿਹੜੀ ਆਪਣੀ ਫ੍ਰੀਕੁਐਂਸੀ ਹੈ ਹੌਲੀ ਹੌਲੀ ਵੱਧਦੀ ਜਾਂਦੀ ਹੈ, ਐਂਡ 'ਤੇ ਜਾ ਕੇ ਉਸੇ ਹੌਲੀ ਹੌਲੀ ਘਟਦੀ ਜਾਂਦੀ। ਇਹ ਕੀ ਹੈ? ਇੱਕਦਮ ਇਹਦਾ ਜਿਹੜਾ ਐਂਪਲੀਟਿਊਡ ਆ ਫੁੱਲ ਹੋ ਜਾਊਗਾ, ਉਹ ਫੁੱਲ ਰਹੂਗਾ ਕੁਛ ਸਮੇਂ ਲਈ। ਠੀਕ ਹੈ, ਫਿਰ ਇੱਕਦਮ ਹੀ ਇਹਦੀ ਜੀ ਕੀ ਹੋ ਜਾਊਗਾ? ਐਂਪਲੀਟਿਊਡ ਕੀ ਹੋ ਜਾਊਗਾ ਇਹਦਾ? 0। ਆਹ ਕੀ ਹੈ? ਵੋਲਟੇਜ ਹੌਲੀ ਹੌਲੀ ਵਧੀ, ਹੌਲੀ ਹੌਲੀ ਘਟੀ। ਇਹ ਜਿਹੜੀ ਘਰ ਵਾਲੀ ਬਿਜਲੀ ਚੱਲਦੀ ਆਪਣੇ ਘਰਾਂ 'ਚ,
उस तरह का वो इस तरह की फ्रीकुएंसी बना रही है। ये जो डिजिटल इन्वर्टर है इस तरह की फ्रीकुएंसी बना रहे हैं। ये आप अगे वेख्या सी वेवलेंथ आ जी हैगी है वेवलेंथ। वेवलेंथ आप वधाने घटाने हैं की फर्क पैंदा। इनके सर्किट के विच की करते हैं PWM की हुंदा पल्स विड्थ मॉड्यूलेशन। जिहड़ी दी विड्थ का मतलब होंदा चौड़ाई। जिहड़ी पल्स आ इहदी विड्थ वधा घटा के उहदी स्पीड नूं कंट्रोल किया जाता। वो वधाउंदे घटाउंदे किवें आ ਹੁਣ ਇੱਥੇ ਮੰਨ ਲਓ एक आ वेव आ रही है इस तरह की बिजली आ रही है। ये अगे आप जोड़ी हुई है मोटर। ये की है मोटर नूं की है लगातार करंट नहीं मिल रहा। रुक रुक के करंट मिल रहा। कदे मिल जाता ठीक है फिर बंद हो जाता कदे मिल जाता। ये जो टाइम आ इत्थे मान लो 2 सैकंड इनू की कहते ऑन टाइम। ये की हैगा ऑफ टाइम। जो सिग्नल बंद हो जाता वो ऑफ टाइम होंदा। कोई मोटर चल रही है उन्होंने इस तरह की फ्रीकुएंसी मिल रही है। आप एक होर फ्रीकुएंसी पैदा कर रहे हैं। इन्ना चर ऑन रहिंदा आ ऑन हो गया आदा जो ग्राफ दर्शा रहे हैं आप ऑन रहा फिर ऑफ हो गया। एक आप होर फ्रीकुएंसी पैदा कर रहे हैं जिहड़ी कि इहदे नालों हाफ आ। इहदा की मतलब ऑन होया थोड़ा जिहा चिर ऑन रहा फिर बंद हो गया ऑन होया थोड़ा चिर ऑन रहा फिर बंद हो गया। अगर आ जिहड़ी मोटर अपनी इस लोड पर चल रही है इनू जिहड़ी सप्लाई ते चलना ऑन टाइम भी किन्ना चिर ऑन रखना तो किन्ना चिर ऑन ऑफ रहना। अगर ये ज़्यादा टाइम ऑन रहूगा इस तो दुगना टाइम तो मोटर चली जाऊगी। अगर इन्हें ज़्यादा चिर मोटर चली जाऊगी वो चक्कर वो भी घट जाएंगे। अगर इस फ्रीकुएंसी ने इनू थोड़ा जिहा करंट दे के इत्थे 2 सेकंड मान ला इहदी हैगी 1 सेकंड दे के वोल्टेज इन्हें फिर बंद करती। ये की होऊगा ऑन टाइम भी ਜਿਹੜੇ समय ते वोल्टेज ਇਹਦੇ 'ਚ हाई रहनी आ वो टाइम किन्ना ते जो वोल्टेज ऑफ रहनी है वो टाइम किन्ना। अगर इनू आप वधा देने आ ऑन टाइम आप होर वधा देने अपनी फ्रीकुएंसी इस तरह की बना देने। ऑन टाइम वधाता तो इसकी स्पीड की हो जूगी होर बढ़ जूगी। 2 सेकंड की थां ते आप 4 सेकंड 4 सैकंड। ये तुम समझ गए हो इस तरह की जी फ्रीकुएंसी मिलती रुक रुक के करंट देने आप अपनी मोटर में। अगर आप 4 सेकंड लगातार करंट दे जाने हैं ठीक है। अगर 4 सेकंड की जगह आप 2 सेकंड करंट दे के बंद करता तो मोटर घट समा चलूगी वो स्पीड घट जूगी ठीक है। अगर 4 सेकंड की जगह भी 2 सेकंड की जगह भी आप 1 सेकंड ही दिता उन्होंने वोल्टेज तो होर थोड़ा समा चल के बंद हो जूगी ठीक है। अगर इनू लगातार आप बंद ही नहीं करते डायरैक्ट करंट ही दे देंगे इनू आप बंद ही नहीं करते आ जी फ्रीकुएंसी की जगह आप डायरैक्ट करंट दे देंगे DC ये एक फिक्स स्पीड के चली जाऊगा क्योंकि इन्हू करंट तो बंद होना नहीं है। इस मोटर नूं कंप्रैशर नूं लगातार आप
ਪੋਜ਼ਿਟਿਵ ਨੈਗੇਟਿਵ ਵੋਲਟ ਦੇ ਦਿੰਦੇ ਆ, ਇੱਕੋ ਸਪੀਡ ਤੇ ਹੀ ਚੱਲੀ ਜਾਊਗਾ ਇਹ। ਅਗਰ ਥੋੜੇ ਸਮੇਂ ਲਈ ਆਪਾਂ ਨੂੰ ਬੰਦ ਕਰ ਦਿੰਦੇ ਹਾਂ, ਜਦੋਂ ਬੰਦ ਕਰਾਂਗੇ ਕੰਪਰੈਸ਼ਰ ਕੀ ਹੋ ਜਾਊਗਾ, ਥੋੜੇ ਸਮੇਂ ਲਈ ਬੰਦ ਹੋ ਜਾਊਗਾ, ਫਿਰ ਆਪਾਂ ਉਹਨੂੰ ਵੋਲਟੇਜ ਦੇਵਾਂਗੇ ਚੱਲ ਪਊਗਾ, ਫਿਰ ਬੰਦ ਹੋ ਜਾਊਗਾ। ਮਤਲਬ ਕਿ ਦੇਣੀ ਇਸ ਵੋਲਟੇਜ ਇੰਨੀ ਸਪੀਡ ਨਾਲ ਆ ਕਿ ਆਪਾਂ ਜੱਜਮੈਂਟ ਨਹੀਂ ਕਰ ਸਕਦੇ। ਅਗਰ ਆਪਾਂ ਉਹੀ ਉਹਦਾ ਵੋਲਟੇਜ ਦੇਣ ਦਾ ਟਾਈਮ ਆਪਾਂ ਵਧਾ ਦਿਆਂਗੇ ਤਾਂ ਉਹਦੀ ਸਪੀਡ ਕੀ ਹੈਗੀ ਆ, ਵੱਧ ਜੂਗੀ। ਅਗਰ ਉਹਨੂੰ ਸਿਗਨਲ ਦੇਣ ਦਾ ਜਿਹੜਾ ਔਨ ਟਾਈਮ ਆ ਉਹ ਆਪਾਂ ਘਟਾ ਦਿਆਂਗੇ ਇੱਥੇ, ਤਾਂ ਕੀ ਹੋ ਜਾਊਗਾ, ਉਹਦੀ ਸਪੀਡ ਕੀ ਹੈਗੀ ਆ, ਘਟ ਜੂਗੀ। ਹੁਣ ਇਹਨਾਂ ਨੇ ਵੇਵ ਲੈਂਥ ਚੇਂਜ ਕਰਕੇ ਇਹਦੀ VFD ਸਟੇਜ ਦੇ ਵਿੱਚ ਵੇਵ ਲੈਂਥ ਚੇਂਜ ਕਰਕੇ ਇਨਵਰਟਰ ਨੂੰ, ਜਿਹੜਾ ਇਨਵਰਟਰ AC ਦਾ ਕੰਪਰੈਸ਼ਰ ਆ, ਉਹਨੂੰ ਅਗਰ ਆਪਾਂ ਜਦੋਂ ਉਹਨੂੰ ਫੁੱਲ ਸਪੀਡ ਤੇ ਕਰ ਦਿੰਦੇ ਹਾਂ, 16 ਤੇ ਕਰਤਾ, 16 ਤੇ ਕੀ ਕਰਦਾ ਉਹ, ਜਦੋਂ ਆਪਾਂ ਨੂੰ 16 ਤੇ ਕੀ ਕਰਦਾ, ਇਹਨੂੰ ਲਗਾਤਾਰ ਕਰੰਟ ਦੇਈ ਜਾਂਦਾ। ਜਿਹੜਾ ਆਫ ਟਾਈਮ ਆ ਬਿਲਕੁਲ ਹੀ ਘਟਾ ਦਿੰਦਾ, ਬੰਦ ਕਰਨ ਵਾਲਾ ਸਮਾਂ ਬਿਲਕੁਲ ਘਟਾ ਦਿੰਦਾ, ਤੇ ਜਿਹੜਾ ਔਨ ਰੱਖਣ ਵਾਲਾ ਟਾਈਮ ਆ ਉਹ ਵਧਾ ਦਿੰਦਾ। ਤੇ ਜਦੋਂ ਆਪਾਂ ਨੂੰ ਘੱਟ ਤੋਂ ਘੱਟ ਤੇ ਕਰ ਲੈਂਦੇ, ਮੰਨ ਲਓ 28 ਤੇ ਕਰਤਾ, 28 ਤੇ ਜਦੋਂ ਕਰਤਾ, ਇਹਦੀ ਕੀ ਫਰੀਕੁਐਂਸੀ ਕੀ ਹੋ ਜਾਂਦੀ ਆ, ਜਿਹੜਾ ਇਸ ਤੋਂ ਵੀ ਜਿਹੜਾ ਔਨ ਆਫ ਟਾਈਮ ਆ ਚੇਂਜ ਹੋ ਜਾਂਦਾ। ਥੋੜਾ ਜਿਹਾ ਸਮਾਂ ਕੰਪਰੈਸ਼ਰ ਨੂੰ ਵੋਲਟੇਜ ਮਿਲੀ, ਉਹ ਥੋੜਾ ਜਿਹਾ ਰਨ ਹੋਇਆ, ਫਿਰ ਬੰਦ ਹੋ ਗਿਆ, ਫਿਰ ਮਾੜਾ ਜਿਹਾ ਸਮਾਂ ਵੋਲਟੇਜ ਮਿਲੀ, ਉਹ ਰਨ ਹੋਇਆ, ਬੰਦ ਹੋਇਆ। ਇਹਦੇ ਨਾਲ ਕੀ ਹੈ, ਕੰਪਰੈਸ਼ਰ ਨੂੰ ਜਦੋਂ ਆਪਾਂ ਲਗਾਤਾਰ ਸਪਲਾਈ ਨਹੀਂ ਮਿਲਦੀ, ਉਹਦੇ ਕੀ ਆ, RPM ਘਟ ਜਾਂਦੇ। RPM ਘਟਣ ਦੇ ਨਾਲ ਕੀ ਹੈ, ਗੈਸ ਘੱਟ ਫਲੋ ਹੋਊਗੀ, ਤੇ ਆਪਾਂ ਕੂਲਿੰਗ ਨੂੰ ਕੀ ਕੰਟਰੋਲ ਕਰ ਲੈਂਦੇ। ਸੱਤ ਸੌ ਤੋਂ ਲੈ ਕੇ 8000, 700 ਤੋਂ ਲੈ ਕੇ 8000 ਤੱਕ ਦੇ RPM ਇਹਦੇ 'ਚ ਆਪਾਂ ਕੰਟਰੋਲ ਕਰ ਸਕਦੇ ਹਾਂ ਰਿਮੋਟ ਤੋਂ। ਕੂਲਿੰਗ ਵੱਧ ਘੱਟ ਜਦੋਂ ਕਰਦੇ ਹਾਂ ਤਾਂ ਜਿਹੜੇ ਇਨਵਰਟਰ AC ਦਾ ਕੰਪਰੈਸ਼ਰ ਆ ਉਹ 700 ਤੋਂ ਲੈ ਕੇ ਘੱਟੋ ਘੱਟ 700 RPM ਤੇ ਵੱਧ ਤੋਂ ਵੱਧ 8000 RPM ਤੇ ਕੰਮ ਕਰਦਾ। ਜਦੋਂ ਆਪਾਂ ਉਹਨੂੰ ਮੰਨ ਲਓ 16 ਤੇ ਕਰ ਲੈਂਦੇ ਹਾਂ, ਕੂਲਿੰਗ ਫਾਸਟ ਕੂਲਿੰਗ ਕਰਦਾ, ਉਦੋਂ RPM ਆਪਣੇ ਬਹੁਤ ਵਧਾ ਦਿੰਦਾ, ਬਹੁਤ ਜ਼ਿਆਦਾ ਗੈਸ ਫਲੋ ਹੋਣ ਲੱਗ ਜਾਂਦੀ ਹੈ ਇਨਡੋਰ ਦੇ ਵਿੱਚ, ਜਿਹਦੇ ਨਾਲ ਕੀ ਆ, ਕੂਲਿੰਗ ਆਪਾਂ ਨੂੰ ਵੱਧ ਲੱਗਣ ਲੱਗ ਜਾਂਦੀ ਹੈ। ਤੋ ਦੋਸਤੋ, ਇਹ ਤਕਨੀਕ ਸੀਗੀ ਜਿਹੜੀ ਇਨਵਰਟਰ AC ਦੇ ਜਿਹੜੇ RPM ਆ ਕਿਵੇਂ ਵੱਧ ਘੱਟ ਕੀਤੇ ਜਾਂਦੇ ਆ। ਠੀਕ ਆ, ਫਿਰ ਵੀ ਇਹਦੇ ਵਿੱਚ ਜੇ ਮੇਰਾ ਕੋਈ ਦੋਸਤ ਕੋਈ ਵੀ ਇਸ ਤੋਂ ਹੋਰ ਬੈਟਰ ਜਾਣਕਾਰੀ ਦੇਣਾ ਚਾਹੁੰਦਾ ਹੋਵੇ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ ਹੋਵੇ ਤਾਂ ਦੇ ਸਕਦਾ, ਜਿਸ ਨਾਲ ਮੈਂ ਆਪਣੀ ਵੀਡੀਓ ਨੂੰ ਹੋਰ ਵਧੀਆ ਬਣਾ ਸਕਾਂ, ਹੋਰ ਵਧੀਆ ਬਣਾ ਕੇ ਤੁਹਾਡੇ ਸਾਹਮਣੇ ਲਿਆ ਸਕਾਂ। ਸੋ